हल्ले यारा खुश खबरी, खुश खबरी। हल्ले यारा खुश खबरी। हल्ले यारा खुश खबरी। हल्ले यारा खुश खबरी, खुश खबरी। हल्ले यारा खुश खबरी। हल्ले यारा खुश खबरी। हल्ले यारा खुश खबरी, खुश खबरी। हल्ले यारा खुश खबरी। हल्ले यारा खुश खबरी। हल्ले यारा खुश खबरी, खुश खबरी। हल्ले यारा खुश खबरी। हल्ले यारा खुश खबरी। हल्ले यारा खुश खबरी। हल्ले यारा खुश खबरी। बल बल जाऊं, 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 बल बल जाऊं। हल्ले यारा खुश खबरी, खुश खबरी। हल्ले यारा खुश खबरी। हल्ले यारा खुश खबरी, खुश खबरी। हल्ले यारा खुश खबरी। खुश खबरी। हल्ले यारा खुश खबरी। मन चाओ प्यार, प्रभ आगम सुनिया।
ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ। ਹਰ ਮੰਗਲ ਗਾਓ ਨਿਤ ਸਖੀਏ, ਸੋਗ ਦੁਖ ਨਾ ਵਿਆਪੈ, ਸੋਗ ਦੁਖ ਨਾ ਵਿਆਪੈ। ਗੁਰ ਚਰਨ ਲਾਗੇ ਦਿਨ ਸੁਭਾਗੇ, ਗੁਰ ਚਰਨ ਲਾਗੇ ਦਿਨ ਸੁਭਾਗੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਨੀ, ਹਰ ਨਾਮ ਹਰ ਰਸ ਭੋਗੋ, ਹਰ ਨਾਮ ਹਰ ਰਸ ਭੋਗੋ। ਕਹਿ ਨਾਨਕ ਪ੍ਰਭ ਆਪ ਮਿਲਿਆ, ਕਹਿ ਨਾਨਕ ਪ੍ਰਭ ਆਪ ਮਿਲਿਆ। ਕਰਨ ਕਾਰਨ ਜੋਗੋ, ਕਰਨ ਕਾਰਨ ਜੋਗੋ। ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਜਦੋਂ ਸੁਣਿਆ ਗੁਰਾਂ ਦਾ ਓਣਾ, ਜਦੋਂ ਸੁਣਿਆ ਗੁਰਾਂ ਦਾ ਓਣਾ। ਮੇਰੇ ਮਨ ਚਾਉ ਹੋ ਗਿਆ, ਜਦ ਸੁਣਿਆ ਗੁਰਾਂ ਦਾ ਓਣਾ। ਮੇਰੇ ਮਨ ਚਾਉ ਹੋ ਗਿਆ, ਜਦ ਸੁਣਿਆ ਗੁਰਾਂ ਦਾ ਆਉਣਾ। ਮੇਰੇ ਮਨ ਚਾਉ ਹੋ ਗਿਆ, ਜਦ ਸੁਣਿਆ ਗੁਰਾਂ ਦਾ ਆਉਣਾ। ਮੇਰੇ ਮਨ ਚਾਉ ਹੋ ਗਿਆ, ਗੁਰਾਂ ਦਾ ਆਉਣਾ। ਮੇਰੇ ਮਨ ਚਾਉ ਹੋ ਗਿਆ, ਜਦੋਂ ਸੁਣਿਆ ਗੁਰਾਂ ਦਾ ਆਉਣਾ। ਮੇਰੇ ਮਨ ਚਾਉ ਹੋ ਗਿਆ, ਜਦ ਸੁਣਿਆ ਗੁਰਾਂ ਦਾ ਆਉਣਾ। ਮੇਰੇ ਮਨ ਚਾਉ ਹੋ ਗਿਆ, ਜਦ ਸੁਣਿਆ ਗੁਰਾਂ ਦਾ ਆਉਣਾ। ਮੇਰੇ ਮਨ ਚਾਉ ਹੋ ਗਿਆ, ਜਦ ਸੁਣਿਆ ਗੁਰਾਂ ਦਾ ਆਉਣਾ। ਮੇਰੇ ਮਨ ਚਾਉ ਹੋ ਗਿਆ, ਜਦ ਸੁਣਿਆ ਗੁਰਾਂ ਦਾ ਆਉਣਾ। ਮੇਰੇ ਮਨ ਚਾਉ ਹੋ ਗਿਆ, ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ
ਤਖਤ ਚਵਰ ਛਤਰ ਜੀ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਆਪ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਹਾਜ਼ਰੀਆਂ ਭਰ ਰਹੇ ਹੋ। ਸਭ ਸੰਗਤਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਕੋਈ ਵੀ ਰਸਨਾ ਵਾਂਝੀ ਨਾ ਰਵੇ ਜੀ। ਇੱਕ ਵਾਰੀ ਸਾਰੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਆਪਾਂ ਸਾਰੇ ਉਸ ਮਹਾਨ ਸਤਿਪੁਰਸ਼ ਦਾ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਤਿਆਗ 'ਚ ਬੈਰਾਗ 'ਚ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਦੇ ਵਿੱਚ ਗੁਜ਼ਾਰਿਆ, ਉਹਨਾਂ ਦਾ ਜਸ ਗਾਉਣ ਵਾਸਤੇ ਆਪਾਂ ਸਾਰੇ ਪਹੁੰਚੇ ਆ। ਦੀਨ ਦੁਨੀ ਦੇ ਮਾਲਕ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੇ ਵੱਡੇ ਫਰਜ਼ੰਦ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦਾ ਅੱਜ ਪਵਿੱਤਰ ਪ੍ਰਕਾਸ਼ ਦਿਹਾੜਾ ਹੈ, ਆਗਮਨ ਦਿਹਾੜਾ ਹੈ। ਸੋ ਪਹਿਲਾਂ ਸਾਰੀਆਂ ਸੰਗਤਾਂ ਨੂੰ ਮਹਾਂਪੁਰਖਾਂ ਵੱਲੋਂ, ਅਖਾੜਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਬਾਬਾ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬੇਅੰਤ ਬੇਅੰਤ ਵਧਾਈਆਂ। ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਜਿਨ੍ਹਾਂ ਦੀ ਮਹਿਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਜਿਵੇਂ ਪਰਿਪੂਰਨ ਪਰਮਾਤਮਾ ਦੇ ਅਕਾਲ ਪੁਰਖ ਦੇ ਗੁਣ ਬੇਅੰਤ ਨੇ, ਕੋਈ ਵੀ ਪੂਰਨ ਤੌਰ ਤੇ ਪਰਮਾਤਮਾ ਦੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦਾ। ਤੇ ਜਿਨ੍ਹਾਂ ਨੇ ਅਕਾਲ ਪੁਰਖ ਦੀ ਬੰਦਗੀ ਕਰਕੇ ਜਪ ਤਪ ਕਰਕੇ ਅਕਾਲ ਪੁਰਖ ਦੇ ਵਿੱਚ ਹੀ ਅਭੇਦ ਹੋ ਗਏ, ਉਹਨਾਂ ਦੀ ਮਹਿਮਾ ਨੂੰ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਸਾਧ ਕੀ ਮਹਿਮਾ ਵੇਦ ਨਾ ਜਾਣੈ ਹੈ, ਜੇਤਾ ਸੁਣੈ ਤੇਤਾ ਬਖਿਆਨੈ ਹੈ। ਤੇ ਆਓ ਆਪਾਂ ਯਤਨ ਕਰਨਾ ਹੈ ਇਤਿਹਾਸ ਦੇ ਰਾਹੀਂ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਜੀਵਨ ਦੇ ਬਾਰੇ, ਜਿਹੜੀਆਂ ਬਖਸ਼ਿਸ਼ਾਂ, ਜਿਹੜੀਆਂ ਰਹਿਮਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਸਾਹਿਬਜ਼ਾਦੇ ਤੇ ਕੀਤੀਆਂ, ਉਹਨਾਂ ਦਾ ਆਪਾਂ ਜ਼ਿਕਰ ਕਰ ਸਕੀਏ।
ਸੁਲਤਾਨਪੁਰ ਸਾਹਿਬ ਦੀ ਪਵਿੱਤਰ ਧਰਤੀ, ਜਿਹੜਾ ਬੇਬੇ ਨਾਨਕੀ ਦਾ ਸਹੁਰੇ ਪਿੰਡ ਹੈ, ਤਲਵੰਡੀ ਤੋਂ ਚੱਲ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਰਾਏ ਬੁਲਾਰ ਜੀ ਦੇ ਕਹਿਣ ਤੇ ਸਤਿਗੁਰ ਜੀ ਦੇ ਜੀਜਾ ਜੈ ਰਾਮ ਜੀ ਨੇ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਕੋਲ ਬੁਲਾਇਆ। ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਜਿਨ੍ਹਾਂ ਨੇ ਬੜੇ ਸਾਲ ਸੁਲਤਾਨਪੁਰ ਦੀ ਧਰਤੀ ਤੇ ਰਹਿਮਤਾਂ ਵਰਸਾਈਆਂ, ਭਾਗ ਲਾਏ ਸੁਲਤਾਨਪੁਰ ਦੀ ਧਰਤੀ ਨੂੰ। ਤੇ ਪਰਸੋਂ ਜਿਹੜਾ ਦਿਨ ਲੰਘ ਕੇ ਗਿਆ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਲੰਘ ਕੇ ਗਿਆ। ਪਰਸੋਂ ਜਿਹੜਾ ਦਿਨ 25 ਅਗਸਤ, ਸੁਲਤਾਨਪੁਰ ਸਾਹਿਬ ਦੀ ਧਰਤੀ ਤੋਂ ਹੀ ਆਪਾਂ ਪਰਸੋਂ ਇਹ ਇਤਿਹਾਸ ਸੰਗਤ ਦੇ ਨਾਲ ਸਾਂਝਾ ਕੀਤਾ ਸੀ। ਸੁਲਤਾਨਪੁਰ ਸਾਹਿਬ ਦੀ ਧਰਤੀ ਤੋਂ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੰਝ ਚੜ੍ਹਦੀ ਹੈ। ਬੇਬੇ ਨਾਨਕੀ ਦੇ ਮਨ ਦੇ ਵਿੱਚ ਕਿੰਨਾ ਚਾਅ ਹੋਏਗਾ, ਸ਼ਗਨ ਮਨਾਏ, ਆਪਣੇ ਦਿਲ ਦੀਆਂ ਰੀਝਾਂ ਪੂਰੀਆਂ ਕੀਤੀਆਂ। ਤੇ ਆਪਾਂ ਸਾਰੇ ਜਾਣਦੇ ਆ, ਬੇਬੇ ਨਾਨਕੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇਕੱਲਾ ਆਪਣਾ ਭਰਾ ਨਹੀਂ ਸਨ ਸਮਝਦੇ। ਉਹਨਾਂ ਦੀ ਅੱਖ ਇਸ ਗੱਲ ਨੂੰ ਪਛਾਣ ਗਈ ਸੀ ਕਿ ਮੇਰਾ ਵੀਰ ਰੱਬ ਦਾ ਰੂਪ ਹੈ। ਤੇ ਸੱਚੇ ਪਾਤਸ਼ਾਹ ਜੀ ਦੀ ਜੰਝ ਦਾ ਟਕਾ ਬਟਾਲੇ ਦੀ ਧਰਤੀ ਤੇ ਹੋਇਆ। ਆਪ ਸੰਗਤਾਂ ਦੇ ਵਿੱਚੋਂ ਕਈ ਗੁਰਮੁਖਾਂ ਨੇ ਦਰਸ਼ਨ ਵੀ ਕੀਤੇ ਹੋਣਗੇ। ਗੁਰਦੁਆਰਾ ਕੰਧ ਸਾਹਿਬ ਹੈ, ਜਿੱਥੇ ਨਾਲ ਹੀ ਹੈ ਗੁਰਦੁਆਰਾ ਡੇਰਾ ਸਾਹਿਬ, ਜਿੱਥੇ ਸੱਚੇ ਪਾਤਸ਼ਾਹ ਜੀ ਦੇ ਆਨੰਦ ਕਾਰਜ ਹੁੰਦੇ ਨੇ। ਧੰਨ ਜਗਤ ਮਾਤਾ ਮਾਤਾ ਸੁਲੱਖਣੀ ਜੀ, ਇਧਰਲੇ ਪਾਸੇ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਮਾਪਿਆਂ ਦੇ ਕੱਲੇ ਕੱਲੇ ਇਕਲੌਤੇ ਪੁੱਤਰ ਨੇ। ਤੇ ਉਧਰਲੇ ਪਾਸੇ ਮਾਂ ਸੁਲੱਖਣੀ ਵੀ ਮਾਪਿਆਂ ਦੀ ਕੱਲੀ ਕੱਲੀ ਲਾਡਲੀ ਚਾਵਾਂ ਦੇ ਨਾਲ ਪਾਲੀ ਹੋਈ ਧੀ ਹੈ। ਤੇ ਵੇਖੋ ਪਰਸੋਂ ਅਜੇ, ਕਿਉਂਕਿ ਸਨ 1487 ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਜਗਤ ਮਾਤਾ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਹੋਇਆ, ਆਨੰਦ ਕਾਰਜ ਹੋਇਆ ਸਨ 1487। ਤੇ ਫਿਰ ਅੱਗੇ ਆ ਕੇ ਸਨ 1494 ਨੂੰ ਅੱਜ ਵਾਲੇ ਦਿਨ ਭਾਦੋ ਸੁਦੀ ਨੌਮੀ ਵਾਲੇ ਦਿਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਦੇ ਵਿੱਚ ਮਾਤਾ ਸੁਲੱਖਣੀ ਜੀ ਦੀ ਕੁੱਖੋਂ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦਾ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਹੀ ਆਗਮਨ ਹੁੰਦਾ ਹੈ, ਆਮਦ ਹੁੰਦੀ ਹੈ। ਸਨ 1494 ਯਾਦ ਰੱਖਣਾ ਚਾਹੀਦਾ ਹੈ। ਜਿਨ੍ਹਾਂ ਨੂੰ ਆਪਾਂ ਮੰਨਦੇ ਆ ਉਹਨਾਂ ਦੇ ਦਿਨ ਯਾਦ ਹੋਣੇ ਚਾਹੀਦੇ ਨੇ, ਤਰੀਕਾਂ ਯਾਦ ਹੋਣੀਆਂ ਚਾਹੀਦੀਆਂ ਨੇ। ਭਾਦੋ ਸੁਦੀ ਨੌਮੀ, ਜਦੋਂ ਭਾਦੋ ਮਹੀਨੇ ਦੇ ਵਿੱਚ ਮੱਸਿਆ ਹੁੰਦੀ ਹੈ, ਸੌਖਾ ਤਰੀਕਾ ਸਮਝਣ ਦਾ। ਕਈਆਂ ਨੂੰ ਅੱਜ ਕੱਲ ਜਿਹੜੇ ਨੌਜਵਾਨ ਵੀਰ ਨੇ, ਪਹਿਲੀ ਗੱਲ ਤੇ ਦੇਸੀ ਮਹੀਨਿਆਂ ਦਾ ਨਹੀਂ ਪਤਾ ਲੱਗਦਾ, ਕਿਉਂਕਿ ਅੱਜ ਕੱਲ ਈਸਵੀ ਕੈਲੰਡਰ ਚੱਲਦਾ ਹੈ। ਪਰ ਭਾਦਰੋਂ ਦਾ ਮਹੀਨਾ ਜਦੋਂ ਆਉਂਦਾ ਹੈ ਨਾ, ਭਾਦਰੋਂ ਦੇ ਮਹੀਨੇ ਦੇ ਵਿੱਚ ਜਿਹੜੀ ਮੱਸਿਆ ਹੁੰਦੀ ਹੈ, ਮੱਸਿਆ ਵਾਲਾ ਦਿਨ ਛੱਡ ਕੇ ਉਦੋਂ ਅਗਲੇ ਦਿਨ ਤੋਂ ਲੈ ਕੇ ਜਿਹੜਾ 9ਵਾਂ ਦਿਨ ਹੁੰਦਾ ਹੈ, ਉਸ ਦਿਨ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ ਸਨ 1494 ਨੂੰ ਸੁਲਤਾਨਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ। ਵੇਖੋ
ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਐਸਾ ਦਰਬਾਰ ਹੈ, ਪਰਸੋਂ ਅਜੇ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੁਰਬ ਵਾਲਾ ਦਿਨ ਲੰਘ ਕੇ ਗਿਆ ਤੇ ਅੱਜ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਪ੍ਰਕਾਸ਼ ਪੁਰਬ ਹੈ। ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਦਰ ਐਸਾ ਹੈ, ਗੁਰੂ ਨਾਨਕ ਦੇ ਦਰਬਾਰ ਖੁਸ਼ੀਆਂ ਨਿਤ ਨਵੀਆਂ, ਗੁਰੂ ਨਾਨਕ ਦੇ ਦਰਬਾਰ ਖੁਸ਼ੀਆਂ ਨਿਤ ਨਵੀਆਂ, ਗੁਰੂ ਨਾਨਕ ਦੇ ਦਰਬਾਰ ਖੁਸ਼ੀਆਂ ਨਿਤ ਨਵੀਆਂ, ਗੁਰੂ ਨਾਨਕ ਦੇ ਦਰਬਾਰ ਖੁਸ਼ੀਆਂ ਨਿਤ ਨਵੀਆਂ। ਸਤਿਗੁਰ ਦੇ ਦਰਬਾਰ ਖੁਸ਼ੀਆਂ ਨਿਤ ਨਵੀਆਂ, ਮੇਰੇ ਸਤਿਗੁਰ ਦੇ ਦਰਬਾਰ ਖੁਸ਼ੀਆਂ ਨਿਤ ਨਵੀਆਂ, ਮੇਰੇ ਸਤਿਗੁਰ ਦੇ ਦਰਬਾਰ ਖੁਸ਼ੀਆਂ ਨਿਤ ਨਵੀਆਂ, ਮੇਰੇ ਸਤਿਗੁਰ ਦੇ ਦਰਬਾਰ ਖੁਸ਼ੀਆਂ ਨਿਤ ਨਵੀਆਂ। ਨਿਤ ਨਵੀਆਂ ਖੁਸ਼ੀਆਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਰ ਕਰ ਐਸਾ, ਜਦੋਂ ਬਾਬਾ ਸ਼੍ਰੀ ਚੰਦ ਸਾਹਿਬ ਜੀ ਦਾ ਆਗਮਨ ਹੋਇਆ, ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਸਾਰਿਆਂ ਦੇ ਮਨਾਂ ਦੇ ਵਿੱਚ ਚਾਅ ਹੈ, ਸੰਗਤਾਂ ਦੇ, ਸਿੱਖਾਂ ਦੇ, ਬੇਬੇ ਨਾਨਕੀ ਦੇ ਮਨ ਵਿੱਚ ਬਹੁਤਾ ਚਾਅ ਹੈ, ਕਿਉਂਕਿ ਬੇਬੇ ਨਾਨਕੀ ਦੇ ਘਰ ਔਲਾਦ ਨਹੀਂ ਸੀ ਕੋਈ। ਵੇਖੋ ਕਿੰਨਾ ਤਿਆਗ ਜੀਵਨ ਦੇ ਵਿੱਚ, ਭਾਵੇਂ ਕਿ ਪਤਾ ਸੀ ਕਿ ਮੇਰਾ ਵੀਰ ਰੱਬ ਦਾ ਰੂਪ ਹੈ, ਪਰ ਫਿਰ ਵੀ ਕਦੇ ਨਹੀਂ ਬੇਨਤੀ ਕੀਤੀ ਸਤਿਗੁਰਾਂ ਦੇ ਚਰਨਾਂ ਵਿੱਚ। ਖੁਸ਼ੀਆਂ ਮਨਾਈਆਂ ਗਈਆਂ ਤਲਵੰਡੀ ਤੋਂ। ਸੱਚੇ ਪਾਤਸ਼ਾਹ ਜੀ ਦੇ ਮਾਤਾ ਪਿਤਾ ਆਏ, ਮਾਤਾ ਤ੍ਰਿਪਤਾ ਜੀ ਆਏ, ਬਾਬਾ ਕਲਿਆਣ ਦਾਸ ਜੀ ਆਏ, ਉਧਰੋਂ ਸਤਿਗੁਰਾਂ ਦੇ ਸਹੁਰੇ ਪਿੰਡ ਤੋਂ ਭਾਈ ਮੂਲ ਚੰਦ ਜੀ, ਬੀਬੀ ਚੰਦੋ ਰਾਣੀ ਜੀ ਆਏ। ਬੜੀਆਂ ਖੁਸ਼ੀਆਂ ਕੀਤੀਆਂ ਗਈਆਂ, ਦਰ ਆਏ, ਲੋੜਵੰਦਾਂ ਦੀਆਂ ਝੋਲੀਆਂ ਭਰ ਭਰ ਕੇ ਤੋਰਿਆ ਗਿਆ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਰਹਿਮਤਾਂ ਦੇ ਨਾਲ, ਬਖਸ਼ਿਸ਼ਾਂ ਦੇ ਨਾਲ, ਅਸੀਸਾਂ ਦੇ ਨਾਲ ਨਵਾਜਿਆ। ਛੋਟੇ ਸਾਹਿਬਜ਼ਾਦੇ ਸਤਿਗੁਰ ਜੀ ਦੇ ਧੰਨ ਬਾਬਾ ਲਖਮੀ ਚੰਦ ਸਾਹਿਬ ਜੀ, ਬਾਬਾ ਸ਼੍ਰੀ ਚੰਦ ਸਾਹਿਬ ਜੀ ਦਾ ਬਚਪਨ ਤੋਂ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦਾ ਅਸਰ ਪੈਣਾ ਸ਼ੁਰੂ ਹੋ ਗਿਆ। ਪਹਿਲੀ ਗੱਲ ਤੇ ਉੱਥੇ ਸਾਰੀਆਂ ਗੱਲਾਂ ਹੀ ਮੁੱਕ ਜਾਂਦੀਆਂ ਨੇ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਾਹਿਬਜ਼ਾਦੇ ਹੋਣਾ ਕੋਈ ਛੋਟੀ ਗੱਲ ਨਹੀਂ। ਉਹ ਧੰਨ ਗੁਰੂ ਨਾਨਕ
ਜਿਨ੍ਹਾਂ ਨੂੰ ਗੁਰਬਾਣੀ ਕਹਿੰਦੀ ਹੈ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਹ ਧੰਨ ਗੁਰੂ ਨਾਨਕ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਤਰਿਆ ਰੇ। ਗੁਰੂ ਨਾਨਕ ਜਿਨ ਸੁਨਿਆ ਭੇਖਿਆ ਸੇ ਫਿਰ ਗਰਬਾਸ ਨਾ ਭਰਿਆ ਰੇ। ਉਹ ਗੁਰੂ ਨਾਨਕ ਕਹਿ ਜਿਨ੍ਹਾਂ ਨੇ ਦਰਸ਼ਨ ਕੀਤੇ, ਜਿਨ੍ਹਾਂ ਨੇ ਇੱਕ ਵਾਰੀ ਗੁਰੂ ਨਾਨਕ ਨੂੰ ਸੁਣਿਆ ਦੁਬਾਰਾ ਮੁੜ ਕੇ ਗਰਭ ਦੇ ਵਿੱਚ ਹੀ ਨਹੀਂ ਆਏ, ਜੰਮਣ ਤੇ ਮਰਨ ਕੱਟਿਆ ਗਿਆ। ਉਸ ਪਿਤਾ ਦੇ ਸਾਹਿਬਜ਼ਾਦੇ ਨੇ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਮਹਾਰਾਜ। ਬਚਪਨ ਦੇ ਵਿੱਚ ਹੀ ਹੁਣ ਵੇਖੋ ਇੱਥੇ ਤੁਸੀਂ ਸਾਰੇ ਪਰਿਵਾਰਾਂ ਵਾਲੇ ਬੈਠੇ ਹੋ, ਬੱਚਿਆਂ ਵਾਲੇ ਬੈਠੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹਰ ਪੱਖ ਤੋਂ ਆਪਣੇ ਜੀਵਨ ਨੂੰ ਜਿਉ ਕੇ ਵਿਖਾਇਆ ਕਿ ਆਉਣ ਵਾਲੇ ਸਿੱਖਾਂ ਵਾਸਤੇ ਪੂਰਨੇ ਪਾਏ। ਜੇ ਗ੍ਰਸਥ ਧਰਮ ਦੇ ਵਿੱਚ ਪ੍ਰਵੇਸ਼ ਕੀਤਾ, ਸੱਚੇ ਪਾਤਸ਼ਾਹ ਜੀ ਨੇ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ। ਜਿਵੇਂ ਆਪਾਂ ਵੇਖੋ ਬੱਚਿਆਂ ਦੇ ਵਿੱਚ ਪਰਿਵਾਰ ਦੇ ਵਿੱਚ ਬਹਿੰਦੇ ਆ, ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਤੇ ਆਪਣੇ ਪਰਿਵਾਰ ਦੇ ਵਿੱਚ ਬਹਿੰਦੇ ਹੋਣਗੇ। ਮਾਤਾ ਸੁਲੱਖਣੀ ਜੀ, ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਚੰਦ ਜੀ ਸਾਰੇ ਇਕੱਠੇ ਹੋ ਕੇ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸਾਹਿਬਜ਼ਾਦਿਆਂ ਨੂੰ ਲਾਡ ਵੀ ਲਡਾਉਂਦੇ ਹੋਣਗੇ। ਆਪਣੀ ਗੋਦ ਦੇ ਵਿੱਚ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਨੂੰ ਚੁੱਕਦੇ ਹੋਣਗੇ, ਆਪਣੇ ਗਲ ਦੇ ਨਾਲ ਲਾਉਂਦੇ ਹੋਣਗੇ, ਅਸੀਸਾਂ ਦਿੰਦੇ ਹੋਣਗੇ, ਕਿਉਂਕਿ ਇੱਕ ਪਿਤਾ ਸਨ। ਤੇ ਆਪਾਂ ਨੂੰ ਪਤਾ ਹੈ ਮਾਪਿਆਂ ਦਾ ਬੱਚਿਆਂ ਦੇ ਨਾਲ ਕਿੰਨਾ ਪਿਆਰ ਹੁੰਦਾ। ਜੇ ਅੱਜ ਆਪਾਂ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬਹੁਤੀ ਖੁਸ਼ੀ ਹੁੰਦੀ ਹੋਏਗੀ। ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਸ ਪੁੱਤਰ ਸਨ ਤੇ ਸ਼ਬਦ ਵਰਤਣਾ ਹੀ ਨਹੀਂ ਚਾਹੀਦਾ, ਹੈ ਅੱਜ ਵੀ ਹੈ। ਕਿਉਂਕਿ ਮਹਾਪੁਰਖ ਸਤਿਪੁਰਖ ਰੱਬ ਦੇ ਪਿਆਰੇ ਸੰਸਾਰ ਦੇ ਵਿੱਚ ਆਉਂਦੇ ਨੇ, ਪਰ ਦੁਬਾਰਾ ਮੁੜ ਕੇ ਜਾਂਦੇ ਨਹੀਂ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਇੱਕ ਵਾਰੀ ਆਏ ਤੇ ਫਿਰ ਪਿਆਰਿਓ ਸਦਾ ਵਾਸਤੇ ਸੰਸਾਰ ਦੇ ਵਿੱਚ ਅਮਰ ਹੋ ਗਏ। ਅੱਜ ਵੀ ਜਿਉਂਦੇ ਨੇ ਨਾ ਪਿਆਰ ਕਰਨ ਵਾਲਿਆਂ ਦੇ ਦਿਲਾਂ ਦੇ ਵਿੱਚ। ਅੱਜ ਦੇਸ਼ ਤੇ ਵਿਦੇਸ਼ਾਂ ਦੇ ਵਿੱਚ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਬੜੀ ਭਾਵਨਾ ਦੇ ਨਾਲ, ਜਿਨ੍ਹਾਂ ਨੂੰ ਸਮਝ ਹੈ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਹੋਣਾ, ਸਾਹਿਬਜ਼ਾਦੇ ਹੋਣਾ, ਇਹ ਕੋਈ ਆਮ ਗੱਲ ਨਹੀਂ। ਤੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਤੇ ਬੜੇ ਮਾਣ ਦੇ ਨਾਲ ਇਹ ਕਹਿੰਦੇ ਹੁੰਦੇ ਸਨ, ਜੇ ਆਰਤਾ ਉਚਾਰਨ ਕੀਤਾ, ਜਦੋਂ ਸਮਾਧਿਸ਼ਟ ਹੋਏ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਸਮਾਧੀ ਦੇ ਵਿੱਚ ਲੀਨ ਨੇ, ਜਦੋਂ ਸੁਰਤ ਅਕਾਲ ਪੁਰਖ ਵਾਹਿਗੁਰੂ ਦੇ ਅਗੰਮੀ ਦੇਸ਼ ਦੇ ਵਿੱਚ ਪਹੁੰਚੀ, ਕੀ ਵੇਖਿਆ ਸਾਡੇ ਪਿਤਾ ਗੁਰੂ ਤੇ ਅਕਾਲ ਪੁਰਖ ਦੇ ਵਿੱਚ ਕੋਈ ਭੇਦ ਨਹੀਂ, ਕੋਈ ਫਰਕ ਨਹੀਂ। ਫਿਰ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਨੇ ਅਗੰਮੀ ਰਸ ਦੇ ਵਿੱਚ ਆਪਣੇ ਪਿਤਾ ਗੁਰੂ ਸਾਹਿਬ ਜੀ ਦੀ ਉਸਤਤ ਦੇ ਵਿੱਚ, ਵਡਿਆਈ ਦੇ ਵਿੱਚ ਆਰਤਾ ਉਚਾਰਨ ਕੀਤਾ। ਕਿੰਨਾ ਕੁ ਪਿਆਰ ਹੋਏਗਾ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦਾ ਆਪਣੇ ਪਿਤਾ ਗੁਰੂ ਸਾਹਿਬ ਜੀ ਦੇ ਨਾਲ।
ਤੇ ਉਹ ਪੰਗਤੀਆਂ ਹੁੰਦੀਆਂ ਨੇ ਮਾਨ ਦੇ ਨਾਲ। ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਕਹਿੰਦੇ, ਸ਼ਰਨ ਪਰੇ ਕੀ ਰਾਖ ਦਿਆਲਾ, ਨਾਨਕ ਤੁਮਰੇ ਬਾਲ ਗੋਪਾਲਾ। ਜਾਂ ਇਹ ਪੰਗਤੀ ਹੁੰਦੀ ਆਰਤੀ ਦੇ ਵਿੱਚ, ਆਪਾਂ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਆਰਤੀ ਵੀ ਕਰਨੀ, ਆਰਤਾ ਵੀ ਕਰਨਾ, ਉਹਦੇ ਵਿੱਚ ਧਿਆਨ ਦੇ ਨਾਲ ਪੰਗਤੀਆਂ ਸਰਵਣ ਕਰਿਓ। ਪੰਗਤੀ ਹੁੰਦੀ ਹੈ, ਸ਼੍ਰੀ ਚੰਦ ਵਖਾਨੈ ਸਤਿਗੁਰ ਨਾਨਕ ਪੂਤਾ। ਕਿੰਨਾ ਕੁ ਮਾਣ ਹੋਏਗਾ, ਇੱਕ ਮੰਤਰੀ ਦਾ ਪੁੱਤਰ ਹੋਵੇ ਨਾ ਤੇ ਉਹ ਫੁੱਲਿਆ ਨਹੀਂ ਸਮਾਉਂਦਾ, ਉਹਦੀ ਆਕੜ ਨਹੀਂ ਚੱਲਣੀ ਜਾਂਦੀ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਰੱਬ ਸਨ ਤੇ ਰੱਬ ਦੇ ਪੁੱਤਰ ਸਨ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ। ਜੇ ਮਾਤਰਾ ਬਾਣੀ ਜਦੋਂ ਸਿੱਧਾਂ ਦੇ ਨਾਲ ਗੋਸ਼ਟ ਹੋਈ ਤੇ ਮਾਤਰਾ ਬਾਣੀ ਦੇ ਐਂਡ ਦੇ ਵਿੱਚ ਵੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਬੜੇ ਮਾਨ ਦੇ ਨਾਲ ਕਹਿੰਦੇ ਨੇ, ਨਾਨਕ ਪੂਤਾ ਸ਼੍ਰੀ ਚੰਦ ਬੋਲੇ, ਜੁਗਤ ਪਛਾਨੈ ਤਦ ਵੀ ਰੋਲੇ। ਮਾਨ ਦੇ ਨਾਲ, ਫਕਰ ਦੇ ਨਾਲ, ਐਸਾ ਪਿਆਰ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦਾ ਆਪਣੇ ਪਿਤਾ ਗੁਰੂ ਸਾਹਿਬ ਜੀ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾਹਿਬਜ਼ਾਦਿਆਂ ਤੇ ਆਪਣੇ ਬੱਚਿਆਂ ਤੇ ਜਿਹੜੀਆਂ ਰਹਿਮਤਾਂ ਕੀਤੀਆਂ, ਜਿਹੜੀਆਂ ਬਖਸ਼ਿਸ਼ਾਂ ਕੀਤੀਆਂ, ਜਿਹੜੀਆਂ ਅਸੀਸਾਂ ਦਿੱਤੀਆਂ ਪਿਆਰਿਓ, ਉਹਨਾਂ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੱਚਖੰਡ ਜਾਣ ਲੱਗਿਆ ਅੰਤਮ ਬਚਨ ਮਹਾਰਾਜ ਕਹਿਣ ਲੱਗੇ ਕਿ ਬੱਚਿਓ, ਗੁਰੂ ਘਰ ਦੇ ਤਾਂ ਕੁੱਤੇ ਪੂਜੇ ਜਾਣਗੇ, ਤੁਸੀਂ ਤੇ ਫਿਰ ਮੇਰਾ ਖੂਨ, ਉਹ ਸਾਰਾ ਸੰਸਾਰ ਤੁਹਾਨੂੰ ਮੰਨੇਗਾ, ਸਾਰਾ ਸੰਸਾਰ ਤੁਹਾਡੀ ਪੂਜਾ ਕਰੇਗਾ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਜਿਨ੍ਹਾਂ ਨੂੰ ਅਸੀਂ ਰੱਬ ਮੰਨਦੇ ਆ। ਸਾਡੇ ਪਹਿਲੇ ਪਾਤਸ਼ਾਹ ਆਪਣੇ ਸਾਹਿਬਜ਼ਾਦਿਆਂ ਦੇ ਪਰਤਾਏ ਤੇ ਸਾਰੇ ਗੁਰੂ ਸਹਿਬਾਨ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਤੱਕ ਸਾਰੀਆਂ ਪਾਤਸ਼ਾਹੀਆਂ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦਾ ਅਦਬ ਸਤਿਕਾਰ ਕਰਦੀਆਂ ਆਈਆਂ ਤੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਵੀ ਸਾਰੀਆਂ ਪਾਤਸ਼ਾਹੀਆਂ ਨੂੰ ਆਪਣੇ ਪਿਤਾ ਗੁਰੂ ਸਾਹਿਬ ਜੀ ਦਾ ਸਰੂਪ ਜਾਣ ਕੇ ਅਦਬ ਸਤਿਕਾਰ ਦਿੰਦੇ ਰਹੇ। ਸੁਲਤਾਨਪੁਰ ਦੀ ਸਾਹਿਬ ਧਰਤੀ ਤੋਂ ਹੀ ਸਾਹਿਬ ਜੀ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਦਾਸੀਆਂ ਸ਼ੁਰੂ ਕੀਤੀਆਂ। ਉਦਾਸੀਆਂ ਜਗਤ ਜਲੰਦੇ ਨੂੰ ਤਾਰਨ ਵਾਸਤੇ ਚਾਲੇ ਪਾਏ। ਮੈਂ ਬਚਪਨ ਦੇ ਵਿੱਚ ਕੁਝ ਘਟਨਾਵਾਂ ਦਾ ਜ਼ਿਕਰ ਕਰਕੇ ਫਿਰ ਅੱਗੇ ਆਪਾਂ ਸਮੇਂ ਦੇ ਵਿੱਚ ਰਹਿ ਕੇ ਇਤਿਹਾਸ ਦੀ ਸਾਂਝ ਪਾਉਣੀ ਹੈ ਕਿ ਬਚਪਨ ਦੇ ਵਿੱਚ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਤੇ ਜਦੋਂ ਸੋਣਾ, ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਪਿਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਹੀ ਸੋਣਾ। ਛੋਟੇ ਛੋਟੇ ਬੱਚੇ ਜਿੱਦ ਕਰਦੇ ਨੇ ਨਾ, ਜਿਵੇਂ ਕਿ ਮੈਂ ਆਪਣੇ ਬਾਪੂ ਦੇ ਨਾਲ ਸੋਣਾ, ਤੇ ਇਸੇ ਤਰ੍ਹਾਂ ਹੀ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦਾ ਆਪਣੇ ਪਿਤਾ ਗੁਰੂ ਜੀ ਦੇ ਨਾਲ ਇੰਨਾ ਕੁ ਪਿਆਰ, ਰਾਤ ਨੂੰ ਨਾਲ ਹੀ ਸੋਣਾ। ਤੇ ਜਦੋਂ ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਪਾਣੀ ਕਰਕੇ ਸਮਾਧੀ ਦੇ ਵਿੱਚ ਬਹਿਣਾ ਤੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਨੇ ਵੀ ਵੇਖ ਕੇ ਚੌਂਕੜਾ ਮਾਰ ਕੇ ਨੇਤਰ ਬੰਦ ਕਰਕੇ ਅੱਖਾਂ ਮੀਟ ਕੇ ਸਮਾਧੀ ਦੇ ਵਿੱਚ ਬਹਿ ਜਾਣਾ। ਤੇ ਕਦੇ ਕਦੇ ਕੀ ਕਰਨਾ, ਵੇਖੋ ਬਚਪਨ ਤੋਂ ਹੀ ਗੁਰੂ ਸਾਹਿਬ ਜੀ ਦੇ ਜੀਵਨ ਦਾ ਅਸਰ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਤੇ ਹੋਣਾ ਸ਼ੁਰੂ ਹੋ ਗਿਆ। ਕਈ ਵਾਰ ਜਦੋਂ ਬੱਚੇ ਖੇਡਣ ਆਉਣੇ ਨਾ, ਹਾਣੀ ਜਿਹੜੇ ਬਚਪਨ ਦੇ ਭਾਈ ਕਮਲੀਆ ਜੀ, ਧੰਨ ਉਹਨਾਂ ਦੀ ਕਮਾਈ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਬਾਬਾ ਜੀ ਦੀ ਸੇਵਾ ਦੇ ਵਿੱਚ ਹੀ ਲਾ ਦਿੱਤੀ।
ਕਹਿੰਦੇ ਨੇ ਕੁਝ ਸਾਲ ਵੱਡੇ ਸਨ। ਇਤਿਹਾਸ ਕਹਿੰਦਾ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਤੋਂ ਭਾਈ ਕਮਲੀਆ ਜੀ ਤੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਕੁਝ ਸਾਲਾਂ ਬਾਅਦ ਭਾਈ ਕਮਲੀਆ ਜੀ ਸੱਚਖੰਡ ਜਾਂਦੇ ਨੇ। ਇਤਿਹਾਸਕ ਤੱਥ ਦੱਸਦੇ ਨੇ 150 ਸਾਲ ਦੇ ਲਗਭਗ ਤਕਰੀਬਨ ਸਰੀਰ ਕਰਕੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਜਗਤ ਜਲੰਦੇ ਨੂੰ ਤਾਰਦੇ ਰਹੇ 150 ਸਾਲ। ਤੇ ਭਾਈ ਕਮਲੀਆ ਜੀ ਤੇ ਪਹਿਲਾਂ ਹੀ ਕੁਝ ਸਾਲ ਵੱਡੇ ਸਨ ਉਮਰ ਦੇ ਵਿੱਚ ਤੇ ਬਾਅਦ ਦੇ ਵਿੱਚ ਸੱਚਖੰਡ ਦੇ ਵਿੱਚ ਗਏ। ਸਾਰੀ ਜ਼ਿੰਦਗੀ ਆਪਣੀ ਸੇਵਾ ਦੇ ਵਿੱਚ ਹਰ ਵੇਲੇ ਤਤਪਰ ਰਹਿਣਾ। ਮੀਂਹ ਆਵੇ, ਹਨੇਰੀ ਆਵੇ, ਠੰਡ ਹੋਵੇ, ਗਰਮੀ ਦੀ ਰੁੱਤ ਹੋਵੇ, ਹਰ ਵੇਲੇ ਹੱਥ ਬਣ ਕੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣਾ ਉਹਨਾਂ ਦੀ ਵੀ ਵੱਡੀ ਕਮਾਈ ਹੈ। ਉਹਨਾਂ ਦੀ ਕਮਾਈ ਨੂੰ ਵੀ ਪਿਆਰਿਓ ਉਹਨਾਂ ਦੇ ਚਰਨਾਂ ਦੇ ਵਿੱਚ ਵੀ ਬਾਰੰਬਾਰ ਨਮਸਕਾਰ ਹੈ। ਕਹਿੰਦੇ ਜਦੋਂ ਬੱਚਿਆਂ ਨੇ ਖੇਡਣ ਵਾਸਤੇ ਆਉਣਾ ਤੇ ਬਾਬਾ ਜੀ ਨੇ ਕੀ ਕਰਨਾ, ਬੱਚਿਆਂ ਨੂੰ ਬਿਠਾ ਕੇ ਨਾਲੇ ਤੇ ਆਪ ਬਹਿ ਜਾਣਾ ਚੌਂਕੜਾ ਲਾ ਕੇ ਤੇ ਨਾਲੇ ਬੱਚਿਆਂ ਨੂੰ ਬਿਠਾ ਲੈਣਾ ਤੇ ਸਤ ਕਰਤਾਰ ਦਾ ਨਾਮ ਜਪਾਉਣਾ। ਕਮਰੇ ਦੇ ਵਿੱਚ ਬਹਿ ਕੇ ਬੂਹਾ ਢੋ ਲੈਣਾ, ਆਪ ਬਹਿ ਜਾਣਾ, ਅੱਗੇ ਅੱਗੇ ਆਪ ਨਾਮ ਜਪਣਾ ਤੇ ਜਿਹੜੇ ਖੇਡਣ ਆਏ ਬੱਚਿਆਂ ਨੂੰ ਵੀ ਨਾਮ ਜਪਾਉਣਾ ਬਚਪਨ ਦੇ ਵਿੱਚ ਹੀ 4-5 ਸਾਲ ਦੀ ਉਮਰ ਦੇ ਵਿੱਚ। ਤੇ ਜਦੋਂ ਕਹਿੰਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੋਦੀ ਖਾਨੇ ਦੀ ਕਾਰ ਤੋਂ ਵਿਹਲੇ ਹੋ ਕੇ ਘਰੇ ਆਉਣਾ, ਜਦੋਂ ਵੇਖਣਾ ਆਪਣੇ ਲਾਲ ਸ਼੍ਰੀ ਚੰਦ ਨੂੰ ਨਾਮ ਜਪਦਿਆਂ ਤੇ ਨਾਮ ਜਪਾਉਂਦਿਆਂ ਸੀਸ ਤੇ ਹੱਥ ਰੱਖ ਕੇ ਅਸੀਸਾਂ ਦੇਣੀਆਂ, ਰਹਿਮਤਾਂ ਵਰਸਾਉਣੀਆਂ, ਕਿੰਨੇ ਖੁਸ਼ ਹੁੰਦੇ ਹੋਣਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਜਿਹੜੇ ਸਾਰੇ ਸੰਸਾਰ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਾਉਣ ਵਾਸਤੇ ਆਏ ਨੇ। ਤੇ ਜਦੋਂ ਆਪਣੇ ਪੁੱਤਰ ਨੂੰ, ਆਪਣੇ ਸਾਹਿਬਜ਼ਾਦੇ ਨੂੰ, ਆਪਣੇ ਲਾਲ ਨੂੰ ਅਕਾਲ ਪੁਰਖ ਦੀ ਬੰਦਗੀ ਕਰਦਿਆਂ, ਭਜਨ ਕਰਦਿਆਂ, ਨਾਮ ਜਪਦਿਆਂ ਵੇਖਦੇ ਹੋਣਗੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿੰਨੇ ਖੁਸ਼ ਹੁੰਦੇ ਹੋਣਗੇ। ਮਹਾਰਾਜ ਦਾ ਸੀਨਾ ਚੌੜਾ ਹੋ ਜਾਂਦਾ ਹੋਣਾ ਕਿ ਇਹੋ ਜਿਹਾ ਸਾਹਿਬਜ਼ਾਦਾ ਸਾਡੇ ਘਰ ਦੇ ਵਿੱਚ ਆਇਆ। ਤੇ ਉਦਾਸੀਆਂ ਤੇ ਜਾਣ ਲੱਗਿਆਂ ਕਈ ਇਤਿਹਾਸਕਾਰ ਕਹਿੰਦੇ ਨੇ ਕਿ 5-7 ਸਾਲ ਦੀ ਉਮਰ ਦੇ ਵਿੱਚ ਹੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਕਈ ਘੰਟੇ ਸਮਾਧੀ ਦੇ ਵਿੱਚ ਬੈਠਣ ਲੱਗ ਪਏ ਸਨ। ਕਈ ਘੰਟੇ। ਤੇ ਜਦੋਂ ਸੱਚੇ ਪਾਤਸ਼ਾਹ ਜੀ ਜਾਣ ਲੱਗੇ ਨਾ ਉਦਾਸੀਆਂ ਤੇ ਕਈ ਇਤਿਹਾਸਕਾਰ ਕਹਿੰਦੇ ਨੇ ਕਿ ਬੇਬੇ ਨਾਨਕੀ ਨੇ ਝੋਲੀ ਅੱਡ ਕੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੂੰ ਆਪਣੀ ਝੋਲੀ ਪਵਾਇਆ। ਤੇ ਕਈ ਇਤਿਹਾਸਕਾਰ ਇਹ ਲਿਖਦੇ ਨੇ ਜਾਣ ਲੱਗਿਆਂ ਉਦਾਸੀਆਂ ਤੇ ਜਾਣ ਲੱਗਿਆਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਨੂੰ ਬੇਬੇ ਨਾਨਕੀ ਦੀ ਝੋਲੀ ਪਾ ਗਏ ਕਿ ਬੇਬੇ ਜੀ ਅੱਜ ਤੋਂ ਇਹਨੂੰ ਆਪਣਾ ਪੁੱਤਰ ਹੀ ਜਾਣਨਾ। ਇਹ ਆਪਣੀ ਪ੍ਰੇਮਾ ਭਗਤੀ ਕਰਕੇ, ਆਪਣੇ ਜਪ ਤਪ ਕਰਕੇ ਭਵਿੱਖਤ ਵਾਕ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਪਰਥਾਏ ਉਦਾਸੀਆਂ ਤੇ ਜਾਣ ਲੱਗਿਆਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੇ ਕਿ ਇਹ ਆਪਣੇ ਜਪ ਤਪ ਕਰਕੇ, ਪ੍ਰੇਮਾ ਭਗਤੀ ਕਰਕੇ ਸੰਸਾਰ ਦੇ ਵਿੱਚ ਪ੍ਰਸਿੱਧ ਮਹਾਤਮਾ ਬਣੇਗਾ। ਰਾਜੇ ਮਹਾਰਾਜੇ ਵੱਡੇ ਵੱਡੇ ਲੋਕ ਵੀ ਇਹਨਾਂ ਦੇ ਦਰ ਤੇ ਆ ਕੇ ਝੁਕਿਆ ਕਰਨਗੇ। ਇਹ ਬਚਨ ਕੀਤੇ ਤੇ ਫਿਰ ਸੱਚੇ ਪਾਤਸ਼ਾਹ ਜੀ ਉਦਾਸੀਆਂ ਨੂੰ ਚਾਲੇ ਪਾ ਦਿੰਦੇ ਨੇ।
ਜਗਤ ਜਲੰਦੇ ਨੂੰ ਤਾਰਿਆ, ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਪਹੁੰਚ ਕੇ ਭੁੱਲਿਆਂ ਹੋਇਆਂ ਨੂੰ, ਭਟਕਿਆਂ ਹੋਇਆਂ ਨੂੰ, ਵਹਿਮਾਂ ਭਰਮਾਂ ਦੇ ਵਿੱਚ ਪਿਆ ਹੋਇਆਂ ਨੂੰ ਬਾਹੋਂ ਫੜ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਾ ਕੇ ਆਪ ਹਲੂਣਾ ਦਿੱਤਾ, ਹਿਲਾਇਆ ਅੰਦਰੋਂ। ਭੁੱਲਿਆਂ ਹੋਇਆਂ ਨੂੰ ਰਾਹੇ ਪਾਇਆ, ਵਹਿਮਾਂ ਭਰਮਾਂ ਦੇ ਵਿੱਚ ਪਿਆ ਹੋਇਆਂ ਨੂੰ ਭਰਮਾਂ ਦੇ ਵਿੱਚੋਂ ਕੱਢਿਆ ਤੇ ਲਗਭਗ 30 ਸਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਗਤ ਜਲੰਦੇ ਨੂੰ ਤਾਰਦੇ ਰਹੇ, ਉਦਾਸੀਆਂ ਤੇ ਰਹੇ। ਫਿਰ ਆ ਕੇ ਸੱਚੇ ਪਾਤਸ਼ਾਹ ਜੀ ਨੇ ਕਰਤਾਰਪੁਰ ਸਾਹਿਬ ਵਸਾਇਆ। ਇਸ ਵੇਲੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੀ ਰਹਿਮਤ, ਜਿਨ੍ਹਾਂ ਦੇ ਉੱਤੇ ਰਹਿਮਤ ਪਿਤਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਦੋਂ 5-7 ਸਾਲ ਦੀ ਉਮਰ ਦੇ ਵਿੱਚ ਕਈ ਘੰਟੇ ਸਮਾਧਿਸ਼ਟ ਹੋਣਾ, ਤੇ ਹੁਣ ਕਈ ਦਿਨ ਹੀ ਲੰਘ ਜਾਂਦੇ ਨੇ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਦਾਸੀਆਂ ਤੋਂ ਵਾਪਸ ਆਏ ਨਾ, ਕਈ ਦਿਨ ਇਕਾਂਤ ਦੇ ਵਿੱਚ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਸਮਾਧੀ ਦੇ ਵਿੱਚ ਲੀਨ ਰਹਿੰਦੇ ਨੇ। ਫਿਰ ਕਰਤਾਰਪੁਰ ਜਦੋਂ ਸੱਚੇ ਪਾਤਸ਼ਾਹ ਜੀ ਆਏ, ਕਰਤਾਰਪੁਰ ਆਏ ਨੇ, ਕਰਤਾਰਪੁਰ ਵਸਾਇਆ, ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਇਸ ਸੱਚੇ ਪਾਤਸ਼ਾਹ ਜੀ ਨੇ ਉਦਾਸੀਆਂ ਦੇ ਦੌਰਾਨ ਜਿਹੜਾ ਭੇਖ ਪਾਇਆ ਸੀ ਨਾ ਭੰਗਵੇਂ ਰੰਗ ਦਾ ਜਗਤ ਨੂੰ ਤਾਰਨ ਵਾਸਤੇ, ਉਹ ਕਰਤਾਰਪੁਰ ਸਾਹਿਬ ਆ ਕੇ ਸਾਰਾ ਭੇਖ ਉਤਾਰ ਦਿੱਤਾ ਤੇ ਸੰਸਾਰੀਆਂ ਵਾਲੇ ਗ੍ਰਸਤੀਆਂ ਵਾਲੇ ਕੱਪੜੇ ਫਿਰ ਧਾਰਨ ਕਰ ਲਏ। ਤੇ ਉਸ ਭੇਖ ਦੀ ਬਖਸ਼ਿਸ਼ ਆਪਣੇ ਵੱਡੇ ਸਾਹਿਬਜ਼ਾਦੇ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦਾ ਜਦੋਂ ਜੀਵਨ ਵੇਖਿਆ ਨਾ ਆ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਕਿ ਬਾਬਾ ਜੀ ਦਾ ਜੀਵਨ ਬੜਾ ਸੰਜਮ ਦੇ ਵਿੱਚ ਹੈ। ਘੱਟ ਖਾਂਦੇ ਨੇ, ਘੱਟ ਪਾਉਂਦੇ ਨੇ, ਘੱਟ ਬੋਲਦੇ ਨੇ, ਇਕਾਂਤ ਦੇ ਵਿੱਚ ਰਹਿ ਕੇ ਅਕਾਲ ਪੁਰਖ ਦੀ ਬੰਦਗੀ ਕਰਦੇ ਨੇ। ਉਸ ਭੇਖ ਦੀ ਬਖਸ਼ਿਸ਼ ਜਦੋਂ ਜੀਵਨ ਵੇਖਿਆ ਸੰਜਮ ਦੇ ਵਿੱਚ ਹੈ, ਤੇ ਇਤਿਹਾਸ ਕਹਿੰਦਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਭੇਖ ਦੀ ਬਖਸ਼ਿਸ਼ ਆਪਣੇ ਵੱਡੇ ਫਰਜ਼ੰਦ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਨੂੰ ਕਰ ਦਿੱਤੀ। ਤੇ ਇਹ ਜ਼ਿੰਮੇਵਾਰੀ ਲਾਈ ਕਿ ਜਿਵੇਂ ਅਸੀਂ ਸੰਸਾਰ ਦੇ ਵਿੱਚ ਵਿਚਰ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਸੰਸਾਰ ਨੂੰ ਜੋੜਿਆ ਹੈ, ਹੁਣ ਇਸੇ ਤਰ੍ਹਾਂ ਹੀ ਤੁਸੀਂ ਵੀ ਦੁਨੀਆ ਦੇ ਵਿੱਚ ਵਿਚਰ ਕੇ, ਸੰਸਾਰ ਦੇ ਵਿੱਚ ਵਿਚਰ ਕੇ ਭੁੱਲਿਆਂ ਹੋਇਆਂ ਨੂੰ, ਭਟਕਿਆਂ ਹੋਇਆਂ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਜੋੜਨਾ ਕਰੋ। ਤੇ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਜੋ ਬਖਸ਼ਿਸ਼ ਕੀਤੀ, ਜੋ ਰਹਿਮਤ ਕੀਤੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਲਾਲ ਤੇ ਰਿੰਦੇ ਸਵਾਸਾਂ ਤੱਕ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਪਿਤਾ ਗੁਰੂ ਸਾਹਿਬ ਵੱਲੋਂ ਲਾਈ ਜ਼ਿੰਮੇਵਾਰੀ ਨੂੰ ਤਨ ਦੇਹੀ ਦੇ ਨਾਲ ਨਿਭਾਇਆ, ਜਿੰਨੇ ਦੇਰ ਤੱਕ ਇਸ ਸੰਸਾਰ ਦੇ ਵਿੱਚ ਸਰੀਰ ਕਰਕੇ ਰਹੇ। ਜਿੱਥੇ ਇਕਾਂਤ ਦੇ ਵਿੱਚ ਅਕਾਲ ਪੁਰਖ ਦੀ ਬੰਦਗੀ ਕਰਨੀ, ਉੱਥੇ ਸਮੇਂ ਸਿਰ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਜਿੱਥੇ ਪਹੁੰਚਣਾ, ਉੱਥੇ ਕਾਬਲ, ਕੰਧਾਰ, ਸਿੰਧ, ਬਲੋਚਿਸਤਾਨ ਦੇ ਵਿੱਚ ਜਾ ਕੇ ਭੁੱਲਿਆਂ ਹੋਇਆਂ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਲਾਏ ਹੋਏ ਪੰਥ, ਨਿਰਮਲ ਪੰਥ ਦੇ ਨਾਲ ਜੋੜਨਾ, ਸਿੱਖੀ ਦਾ ਪ੍ਰਚਾਰ ਕਰਨਾ। ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਤੇ ਧੰਨ ਮਾਂ ਸੁਲੱਖਣੀ, ਉਹ ਮਾਂ ਜਿਨ੍ਹਾਂ ਦਾ ਜੇ ਪਤੀ ਹੈ ਸਿਰ ਦਾ ਸਾਈਂ, ਉਹ ਵੀ ਰੱਬ ਦਾ ਰੂਪ ਹੈ, ਤੇ ਜਿਹੜਾ ਪੁੱਤਰ ਹੈ
ਉਹ ਵੀ ਰੱਬ ਦਾ ਰੂਪ। ਮਾਂ ਸੁਲੱਖਣੀ ਦੇ ਕਿੰਨੇ ਵੱਡੇ ਭਾਗ ਹੋਣਗੇ। ਗੁਰਬਾਣੀ ਕਹਿੰਦੀ ਹੈ ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਤਿੰਨ ਧੰਨ ਜਨੇਂਦੀ ਮਾਓ ਆਏ ਸਫਲ ਸੇ। ਉਹ ਮਾਂ ਧੰਨ ਹੈ ਜਿਸ ਮਾਂ ਨੇ ਇਹੋ ਜਿਹੇ ਮਹਾਂਪੁਰਖ ਨੂੰ ਰੱਬ ਦੇ ਨਾਮ ਦੇ ਵਿੱਚ ਰੰਗੇ ਹੋਏ ਸਤਿਪੁਰਸ਼ ਨੂੰ ਆਪਣੀ ਕੁੱਖ ਤੋਂ ਜਨਮ ਦਿੱਤਾ। ਧੰਨ ਮਾਂ ਸੁਲੱਖਣੀ। ਧੰਨੋ ਮਾਂ, ਧੰਨ ਮਾਂ ਸੁਲੱਖਣੀ ਜੀ, ਧੰਨ ਮਾਂ ਸੁਲੱਖਣੀ ਜੀ, ਜਿਨੇ ਲਾਲ ਸੁਲੱਖਣਾ ਜਾਇਆ। 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 ਗੱਜ ਕੇ ਸੁਲੱਖਣੀ ਜੀ, ਜਿਨੇ ਲਾਲ ਸੁਲੱਖਣਾ ਜਾਇਆ। ਧੰਨ ਮਾਂ ਸੁਲੱਖਣੀ ਜੀ, ਜਿਨੇ ਲਾਲ ਸੁਲੱਖਣਾ ਜਾਇਆ। ਜਗ ਦੇ ਤਾਰਨੇ ਨੂੰ ਬਾਬਾ ਸ਼੍ਰੀ ਚੰਦ ਜਗ ਉੱਤੇ ਆਇਆ। ਦੁਨੀਆ ਦੇ ਤਾਰਨੇ ਨੂੰ ਬਾਬਾ ਸ਼੍ਰੀ ਚੰਦ ਜਗ ਵਿੱਚ ਆਇਆ। ਜਗ ਦੇ ਤਾਰਨੇ ਨੂੰ ਬਾਬਾ ਸ਼੍ਰੀ ਚੰਦ ਜਗ ਉੱਤੇ ਆਇਆ। ਦੁਨੀਆ ਦੇ ਤਾਰਨੇ ਨੂੰ ਬਾਬਾ ਸ਼੍ਰੀ ਚੰਦ ਜਗ ਵਿੱਚ ਆਇਆ। ਧੰਨ ਮਾਂ ਸੁਲੱਖਣੀ ਜੀ, ਜਿਨ੍ਹਾਂ ਨੇ ਇਹੋ ਜਿਹੇ ਸੁਲੱਖਣੇ ਲਾਲ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਜਿਸ ਪੁੱਤਰ ਨੇ ਆਪਣੇ ਪਿਤਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਚੌਕੁੰਟਾਂ ਦੇ ਵਿੱਚ ਜਾ ਕੇ ਰਸ਼ਨਾਇਆ। ਕਿੱਥੇ ਕਾਬਲ, ਕਿੱਥੇ ਕੰਧਾਰ, ਕਿੱਥੇ ਸਿੰਧ, ਬਲੋਚਿਸਤਾਨ, ਅਫਗਾਨਿਸਤਾਨ, ਕਸ਼ਮੀਰ, ਜਿੱਥੇ ਵੀ ਕਿਸੇ ਨੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਨੂੰ ਯਾਦ ਕਰਨਾ ਉੱਥੇ ਪਹੁੰਚ ਜਾਣਾ। ਇੱਥੇ ਹੀ ਨਹੀਂ, ਵੱਡੇ ਵੱਡੇ ਰਾਜੇ ਮਹਾਰਾਜੇ, ਸੂਰਮੇ, ਯੋਧੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦੇ ਦਰ ਤੇ ਆ ਕੇ ਝੁਕਦੇ ਰਹੇ। ਹੁਣ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦਾ ਜੇ ਸੱਚੀ ਪੁੱਛੋ ਨਾ, ਜੀਵਨ ਇੰਨੇ ਕੁ ਕੋਤਕ ਕੀਤੇ, ਇੰਨਿਆਂ ਨੂੰ ਆਪਣੇ ਜੀਵਨ ਦੇ ਵਿੱਚ ਤਾਰਿਆ। ਮੈਨੂੰ ਹੁਣ ਸਮਝ ਨਹੀਂ ਆਉਂਦੀ ਪਈ ਕਿ ਮੈਂ ਆਪ ਸੰਗਤ ਦੇ ਨਾਲ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦੇ ਕਿਹੜੇ ਕਿਹੜੇ ਗੁਣਾਂ ਨੂੰ ਬਿਆਨ ਕਰਾਂ, ਕਿਉਂਕਿ ਆਪਾਂ ਤੇ ਇਹੀ ਸੁਣਿਆ ਕਿ ਗੁਰੂ ਨਾਨਕ ਦੇ ਪੁੱਤਰ ਲਾਇਕ ਨਹੀਂ ਸਨ, ਉਹਨਾਂ ਨੇ ਕਹਿਣਾ ਨਹੀਂ ਮੰਨਿਆ। ਇਹੀ ਗੱਲਾਂ ਪ੍ਰਚਲਿਤ ਕੀਤੀਆਂ ਸਾਡੇ ਪ੍ਰਚਾਰਕਾਂ ਨੇ। ਪਰ ਮੇਰੀ ਬੇਨਤੀ ਹੈ ਨੌਜਵਾਨ ਵੀਰਾਂ ਨੂੰ ਵੀ, ਭੈਣਾਂ ਨੂੰ ਵੀ, ਬਜ਼ੁਰਗਾਂ ਨੂੰ ਵੀ, ਜਿਹੜੇ ਪੰਜਾਬੀ ਪੜ੍ਹਨੀ ਜਾਣਦੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਆਪ ਖੁਦ ਪੜ੍ਹੋ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਬਾਰੇ। ਤੁਸੀਂ ਪੜ੍ਹ ਕੇ ਹੈਰਾਨ ਹੋ ਜਾਓਗੇ ਕਿ ਅਸੀਂ ਸੁਣਦੇ ਕੀ ਆਏ।
ਅਖੋਤੀ ਪ੍ਰਚਾਰਕਾਂ ਨੇ ਸਾਡੇ ਕੰਨਾਂ ਦੇ ਵਿੱਚ ਕੀ ਗੱਲਾਂ ਪਾਈਆਂ ਤੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦਾ ਜਿਹੜਾ ਸੱਚਾ ਸੁੱਚਾ ਜੀਵਨ ਉਹ ਸੰਗਤ ਦੇ ਸਾਹਮਣੇ ਹੀ ਨਹੀਂ ਆਉਣ ਦਿੱਤਾ। ਇਸ ਗੱਲ ਦੇ ਉੱਤੇ ਆਪਾਂ ਅੱਜ ਵਿਚਾਰ ਨਹੀਂ ਕਰਨੀ ਕਿਉਂਕਿ ਅੱਜ ਤੇ ਬੜਾ ਖੁਸ਼ੀਆਂ ਵਾਲਾ ਦਿਨ ਹੈ। ਆਪਾਂ ਕਰਨੀ ਹੈ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੀ ਵਡਿਆਈ, ਉਹਨਾਂ ਦੀ ਮਹਿਮਾ ਜਿੰਨੀ ਵੀ ਕੀਤੀ ਜਾਵੇ ਪਿਆਰਿਓ ਓਨੀ ਥੋੜੀ ਹੈ। ਜਿਨ੍ਹਾਂ ਨੇ ਵੀ ਕੀਤੀ ਹੈ ਤੇ ਜਿਹੜੀਆਂ ਬਖਸ਼ਿਸ਼ਾਂ ਰਹਿਮਤਾਂ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਆਪਣੇ ਪਿਆਰਿਆਂ ਤੇ ਆਪਣੇ ਸੇਵਕਾਂ ਤੇ ਕਰਦੇ ਨੇ, ਇਹ ਉਹੀ ਜਾਣਦੇ ਨੇ, ਦੱਸਿਆ ਨਹੀਂ ਜਾ ਸਕਦਾ। ਇਹ ਸੱਚਾਈ ਹੈ। ਪ੍ਰੇਮ ਪਿਆਰਿਓ ਇੱਕ ਭਾਵਨਾ ਹੈ, ਇੱਕ ਅੰਦਰ ਦਾ ਬਲਬਲਾ ਹੈ, ਇੱਕ ਫੀਲਿੰਗ ਹੈ। ਪ੍ਰੇਮ ਨੂੰ ਸ਼ਬਦਾਂ ਦੇ ਵਿੱਚ ਅਸੀਂ ਲਿਆ ਹੀ ਨਹੀਂ ਸਕਦੇ। ਕਿਵੇਂ ਲੈ ਕੇ ਆਓਗੇ ਸ਼ਬਦਾਂ ਦੇ ਵਿੱਚ? ਇਸੇ ਕਰਕੇ ਹੀ ਬਾਣੀ ਦੇ ਵਿੱਚ ਸਾਡੇ ਸੱਚੇ ਪਾਤਸ਼ਾਹ ਜੀ ਕਹਿ ਕੇ ਗਏ, ਪ੍ਰੇਮ ਤੇ ਐਸੀ ਖੇਡ ਹੈ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਇਹ ਜਿੰਨੀਆਂ ਵੀ ਆਪਾਂ ਜੇ ਇੱਥੇ ਰੌਣਕਾਂ ਦੇਖਦੇ ਪਏ ਆ, ਜਿੰਨੀਆਂ ਵੀ ਰੌਣਕਾਂ ਲੱਗੀਆਂ ਨੇ, ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਨੇ ਆਪ ਹਾਜ਼ਰ ਨਾਜ਼ਰ ਵਰਤ ਕੇ ਮਹਾਂਪੁਰਖਾਂ ਤੇ ਕਿਰਪਾ ਕੀਤੀ, ਆਪਣੀ ਰਹਿਮਤ ਕੀਤੀ ਤੇ ਮਹਾਂਪੁਰਖਾਂ ਦੇ ਸਦਕਾ ਹੀ ਪਿਆਰਿਓ ਅੱਜ ਆਪਾਂ ਸਾਰੇ ਇੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਜੁੜ ਬੈਠੇ ਆ। ਮਹਾਂਪੁਰਖਾਂ ਦੀ ਕਮਾਈ, ਉਹਨਾਂ ਦਾ ਜਪ ਤਪ, ਉਹ ਵੀ ਪਿਆਰਿਓ ਸ਼ਬਦਾਂ ਵਿੱਚ ਲਿਆਣਾ ਬਹੁਤ ਔਖਾ ਹੈ। ਆਪਾਂ ਤਾਂ ਇਹ ਵੇਖ ਲੈਨੇ ਆ ਨਾ ਕਿ ਚੜ੍ਹਦੀ ਕਲਾ ਹੈ, ਕਿ ਬੜਾ ਸੋਹਣਾ ਅਸਥਾਨ ਬਣਿਆ ਹੈ, ਗੱਡੀਆਂ ਨੇ, ਬੜਾ ਸੋਹਣਾ ਪ੍ਰਬੰਧ ਚੱਲਦਾ ਪਿਆ ਹੈ। ਪਰ ਕਿਤੇ ਮਹਾਂਪੁਰਖਾਂ ਦੇ ਕੋਲੋਂ ਪੁੱਛ ਕੇ ਵੇਖੀਏ, ਉਹਨਾਂ ਨੇ ਜਦੋਂ ਜਪ ਤਪ ਕੀਤਾ, ਕਿੰਨੀਆਂ ਰਾਤਾਂ ਜਾਗੇ, ਕਿੰਨੀਆਂ ਰਾਤਾਂ ਜਾਗ ਕੇ ਰੋ ਰੋ ਕੇ ਬੈਰਾਗ ਦੇ ਵਿੱਚ ਆਪਣੇ ਪਿਆਰੇ ਨੂੰ ਆਵਾਜ਼ਾਂ ਮਾਰੀਆਂ ਹੋਣਗੀਆਂ। ਗੁਰੂ ਦੀ ਖੁਸ਼ੀ ਲੈਣੀ, ਗੁਰੂ ਦੀ ਬਖਸ਼ਿਸ਼ ਲੈਣੀ, ਇਹ ਕੋਈ ਸੌਖੀ ਖੇਡ ਨਹੀਂ। ਆਪਣੇ ਮਨ ਨੂੰ ਜਿੱਤਣਾ, ਆਪਣੇ ਮਨ ਨੂੰ ਸਾਧਣਾ ਪਿਆਰਿਓ ਬੜਾ ਔਖਾ ਹੈ। ਆਪਾਂ ਸਾਰੇ ਇੱਥੇ ਬੈਠੇ ਆ, 5 ਮਿੰਟ ਆਪਣੇ ਮਨ ਨੂੰ ਟਿਕਾਉਣਾ ਕਿੰਨਾ ਔਖਾ ਲੱਗਦਾ ਹੈ। ਤੇ ਕਿਵੇਂ ਆਪਣੇ ਮਨ ਨੂੰ ਮਾਰ ਕੇ, ਆਪਣੀਆਂ ਇੱਛਾਵਾਂ ਨੂੰ ਮਾਰ ਕੇ, ਇੱਕੋ ਇੱਛਾ ਰੱਖ ਕੇ ਜਦੋਂ ਮਹਾਂਪੁਰਖਾਂ ਨੇ ਕਮਾਈ ਕੀਤੀ ਹੋਏਗੀ, ਬੰਦਗੀ ਕੀਤੀ ਹੋਏਗੀ, ਘਾਲਣਾ ਘਾਲੀ ਹੋਏਗੀ। ਪਿਆਰਿਓ ਕਈ ਵਾਰ ਮਹਾਂਪੁਰਖ ਦੱਸਦੇ ਹੁੰਦੇ ਨੇ, ਚਲੋ ਕਈ ਵਾਰ ਮੌਜ ਦੇ ਵਿੱਚ, ਬਹੁਤਾ ਨਹੀਂ, ਕਿਉਂਕਿ ਜਿਹੜੇ ਗੁਰੂ ਤੱਕ ਪਹੁੰਚ ਜਾਂਦੇ ਨੇ, ਜਿਹੜੇ ਗੁਰੂ ਦੇ ਵਿੱਚ ਅਭੇਦ ਹੋ ਜਾਂਦੇ ਨੇ, ਉਹ ਆਪਣਾ ਭੇਤ ਨਹੀਂ ਕਿਸੇ ਨੂੰ ਦੱਸਦੇ। ਸਬਰ ਅੰਦਰ ਸਾਬਰੀ ਤਨ ਏਵੈ ਜਾ ਲੈਨ, ਹੋਣ ਨਜੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ। ਭੇਤ ਨਹੀਂ ਦੱਸਦੇ, ਪਰ ਕਈ ਵਾਰ ਮੌਜ ਦੇ ਵਿੱਚ ਮਹਾਂਪੁਰਖ ਦੱਸਦੇ ਹੁੰਦੇ ਨੇ, ਕਹਿੰਦੇ ਜੀਵਨ ਦੇ ਵਿੱਚ ਇਹੋ ਜਿਹੇ ਦਿਨ ਵੀ ਅਸੀਂ ਵੇਖੇ ਜਦੋਂ ਬਰਾਗ ਦੇ ਵਿੱਚ ਆਪਣੇ ਪ੍ਰੀਤਮ ਨੂੰ, ਆਪਣੇ ਪਿਆਰੇ ਨੂੰ, ਬਾਬਾ ਸ਼੍ਰੀ ਚੰਦ ਸਾਹਿਬ ਜੀ ਨੂੰ, ਗੁਰੂ ਨਾਨਕ ਦੇਵ ਜੀ ਨੂੰ ਆਵਾਜ਼ਾਂ ਮਾਰਨੀਆਂ, ਬਰਾਗ ਦੇ ਵਿੱਚ ਰੋਣਾ, ਤੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਨਾਲ ਕੰਧਾਂ ਵੀ ਰੋਂਦੀਆਂ ਨੇ। ਕਿੰਨਾ ਕੁ ਗੁਰਬਾਣੀ ਦੇ ਵਿੱਚ 4 ਦੁੱਖ ਸਭ ਤੋਂ ਵੱਡੇ ਮੰਨੇ ਗਏ ਨੇ, ਤੇ ਸਭ ਤੋਂ ਵੱਡਾ ਦੁੱਖ ਮੰਨਿਆ ਗੁਰਬਾਣੀ ਨੇ ਵਿਛੋੜੇ ਨੂੰ। ਵਿਛੋੜੇ ਦਾ ਦੁੱਖ ਪਿਆਰਿਓ ਸਭ ਤੋਂ ਵੱਡਾ ਹੈ, ਇਦੋਂ ਵੱਡਾ ਹੋਰ ਕੋਈ ਦੁੱਖ ਨਹੀਂ। ਭਾਵੇਂ ਸਰੀਰ ਕਰਕੇ ਸਾਡੇ ਤੋਂ ਕੋਈ ਵਿਛੜ ਜਾਵੇ, ਘਰ ਦਾ ਕੋਈ ਜੀ ਚਲਿਆ ਜਾਏ, ਸਾਡੇ ਅੰਦਰ ਕਿੰਨਾ ਬਰਾਗ ਆਉਂਦਾ ਹੈ,
ਪਰ ਅਣਡਿੱਠੇ ਮਾਹੀ ਦੇ ਨਾਲ ਜੇ ਪਿਆਰ ਲੱਗ ਜੇ, ਅੰਦਰ ਤੜਪ ਲੱਗ ਜੇ, ਜਿਸ ਪਿਆਰੇ ਨੂੰ ਵੇਖਿਆ ਹੀ ਨਹੀਂ, ਜਿਸ ਅਣਡਿੱਠੇ ਮਾਹੀ ਦੇ ਨਾਲ, ਪਿਆਰੇ ਦੇ ਨਾਲ ਖਿੱਚ ਬਣ ਜੇ, ਤੜਪ ਲੱਗ ਜੇ, ਫਿਰ ਪਿਆਰਿਓ ਸੋਚੋ ਉਸ ਵਿਛੋੜੇ ਦੇ ਵਿੱਚ ਕਿੰਨਾ ਦੁੱਖ ਹੋਏਗਾ। ਉਸੇ ਦੁੱਖ ਨੂੰ ਭਗਤਾਂ ਨੇ, ਸਾਡੇ ਗੁਰੂ ਸਾਹਿਬਾਨਾਂ ਨੇ ਬਾਣੀ ਦੇ ਵਿੱਚ ਬਿਆਨ ਕੀਤਾ। ਵਿਛੋੜੇ ਦਾ ਦੁੱਖ ਐਸਾ ਹੈ, ਚਾਰ ਪਹਿਰ ਚੋ ਜੁਗੈ ਸਮਾਨੈ, ਰੈਣ ਪਈ ਤਬ ਅੰਤ ਨਾ ਜਾਣੈ। ਕਿ ਵਿਛੋੜੇ ਵਾਲਾ ਸਮਾਂ ਐਸਾ ਹੁੰਦਾ ਹੈ, ਦਿਨ ਦੇ ਚਾਰ ਪਹਿਰ ਵਿਛੋੜੇ ਵਾਲੇ ਵਾਸਤੇ ਚਾਰ ਯੁੱਗਾਂ ਦੇ ਸਮਾਨ ਲੰਘਦੇ ਨੇ। ਤੇ ਰਾਤ ਜਦੋਂ ਪੈਂਦੀ ਹੈ ਤੇ ਰਾਤ ਮੁੱਕਣ ਤੇ ਹੀ ਨਹੀਂ ਹੁੰਦੀ। ਭਾਈ ਵੀਰ ਸਿੰਘ ਜੀ ਦੇ ਆਪਾਂ ਬਚਨ ਕਈ ਵਾਰ ਪੜ੍ਹਦੇ ਹਾਂ, ਸੀਨੇ ਖਿੱਚ ਜਿਨ੍ਹਾਂ ਨੇ ਖਾਦੀ, ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪਏ ਵਹਿੰਦੇ। ਸੋ ਬਾਬਾ ਸ਼੍ਰੀ ਚੰਦ ਸਾਹਿਬ ਜੀ ਜਿਨ੍ਹਾਂ ਨੇ ਜੋ ਜ਼ਿੰਮੇਵਾਰੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਲਾਲ ਦੀ ਲਾਈ ਨਾ, ਅਸੀਸਾਂ ਦਿੱਤੀਆਂ, ਬਖਸ਼ਿਸ਼ ਕਰ ਦਿੱਤੀ। ਉਦਾਸੀਆਂ ਵਾਲਾ ਭੇਖ ਇੱਕ ਬਹਾਨਾ ਸੀ, ਅਸਲ ਦੇ ਵਿੱਚ ਬਖਸ਼ਿਸ਼ ਕੀਤੀ, ਰਹਿਮਤ ਕੀਤੀ ਆਪਣੇ ਲਾਲ ਦੇ ਉੱਤੇ, ਆਪਣੇ ਸਾਹਿਬਜ਼ਾਦੇ ਦੇ ਉੱਤੇ। ਤੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਇੱਕ ਵਾਰੀ ਕਹਿੰਦੇ ਨੇ ਕਸ਼ਮੀਰ ਦੀ ਧਰਤੀ ਤੇ ਪਹੁੰਚੇ। ਸਮਾਂ ਥੋੜਾ ਰਹਿ ਗਿਆ, ਆਪਾਂ ਸੰਖੇਪ ਦੇ ਵਿੱਚ ਹੀ ਬੇਨਤੀ ਕਰਨੀ ਹੈ। ਕਸ਼ਮੀਰ ਦੀ ਧਰਤੀ ਤੇ ਪਹੁੰਚੇ ਨੇ, ਆਸਨ ਲਾਏ, ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਸਮਾਧੀ ਦੇ ਵਿੱਚ ਬਹਿ ਗਏ। ਭਾਈ ਕਮਲੀਆ ਜੀ ਥੋੜੀ ਦੂਰੀ ਤੇ ਬੈਠੇ ਨੇ, ਸੇਵਾ ਦੇ ਵਿੱਚ ਹਾਜ਼ਰ ਨੇ। ਤੇ ਉਸ ਵੇਲੇ ਕਸ਼ਮੀਰ ਦੇ ਵਿੱਚ ਇਹੋ ਜਿਹਾ ਮਾਹੌਲ ਬਣਿਆ ਹੋਇਆ ਸੀ, ਉਥੋਂ ਦੇ ਜਿਹੜੇ ਹਾਕਮ ਸਨ ਉਹ ਮੁਸਲਮਾਨ ਸਨ, ਤੇ ਧੱਕੇ ਦੇ ਨਾਲ ਹਿੰਦੂਆਂ ਨੂੰ ਜ਼ਬਰਦਸਤੀ ਜਾਂ ਤੇ ਲਾਲਚ ਦੇ ਕੇ ਮੁਸਲਮਾਨ ਬਣਾਇਆ ਜਾ ਰਿਹਾ ਸੀ, ਜਾਂ ਡਰਾ ਕੇ ਧਮਕਾ ਕੇ ਆਪਣੇ ਧਰਮ ਦੇ ਵਿੱਚ ਹਿੰਦੂਆਂ ਤੋਂ ਮੁਸਲਮਾਨ ਬਣਾ ਰਹੇ ਸਨ। ਜਿਹੜੇ ਤੇ ਲਾਲਚ ਦੇ ਵਿੱਚ ਆ ਜਾਂਦੇ ਸਨ ਤੇ ਜਿਹੜੇ ਨਹੀਂ ਮੰਨਦੇ ਸਨ ਉਹਨਾਂ ਨੂੰ ਡਰਾਇਆ ਜਾਂਦਾ ਸੀ, ਧਮਕਾਇਆ ਜਾਂਦਾ ਸੀ, ਤੁਹਾਨੂੰ ਮਾਰ ਦਿੱਤਾ ਜਾਏਗਾ। ਜਿਹੜੇ ਡਰ ਜਾਂਦੇ ਸਨ ਉਹ ਮੁਸਲਮਾਨ ਬਣ ਜਾਂਦੇ ਸਨ, ਤੇ ਜਿਹੜੇ ਨਹੀਂ ਡਰਦੇ ਸਨ ਉਹਨਾਂ ਨੂੰ ਖਤਮ ਕਰ ਦਿੱਤਾ ਜਾਂਦਾ ਸੀ, ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ। ਤੇ ਜਦੋਂ ਹਿੰਦੂਆਂ ਨੂੰ ਪਤਾ ਲੱਗਿਆ, ਉੱਥੋਂ ਦੇ ਪੰਡਤਾਂ ਨੂੰ ਪਤਾ ਲੱਗਿਆ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਫਰਜ਼ੰਦ ਆਏ ਨੇ, ਬੜੇ ਜਪੀ ਤਪੀ ਨੇ, ਕਿਉਂਕਿ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੈ ਸਭ ਕੋਈ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਵਰ ਵਸ ਜਾਵੇ, ਫਿਰ ਪਿਆਰਿਓ ਸਾਰੇ ਸੰਸਾਰ ਦੇ ਵਿੱਚ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਨ੍ਹਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੂਜਿਆ ਤੇ ਉਹਨਾਂ ਦੀ ਪਿਆਰਿਓ ਸਾਰਾ ਸੰਸਾਰ ਪੂਜਾ ਕਰਦਾ ਹੈ। ਤੇ ਜਦੋਂ ਪੰਡਤਾਂ ਨੂੰ ਪਤਾ ਲੱਗਿਆ ਕਿ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਆਏ ਨੇ, ਸਾਰੇ ਪੰਡਤ ਹਿੰਦੂ ਇਕੱਠੇ ਹੋ ਕੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦੀ ਚਰਨ ਦੇ ਵਿੱਚ ਆਏ। ਆ ਕੇ ਆਪਣਾ ਦੁੱਖ ਦੱਸਿਆ, ਆਪਣਾ ਹਾਲ ਸੁਣਾਇਆ ਕਿ ਇੱਥੇ ਧੱਕੇ ਦੇ ਨਾਲ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਹੈ। ਅਸੀਂ ਆਰਤੀਆਂ ਨਹੀਂ ਕਰ ਸਕਦੇ, ਸ਼ੰਖ ਨਹੀਂ ਵਜਾ ਸਕਦੇ, ਪੂਜਾ ਪਾਠ ਨਹੀਂ ਕਰ ਸਕਦੇ, ਤੇ ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ, ਖਤਮ ਕਰ ਦਿੱਤਾ ਜਾਂਦਾ ਹੈ। ਤੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਹੌਸਲਾ ਦਿੱਤਾ, ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੇਲੇ ਪੰਡਤ ਚੱਲ ਕੇ ਆਏ ਸਨ ਨਾ, ਜਦੋਂ ਔਰੰਗਜ਼ੇਬ ਨੇ ਜ਼ੁਲਮ ਦੀ ਹੱਦ ਕਰ ਦਿੱਤੀ, ਤੇ ਇਸੇ ਤਰ੍ਹਾਂ ਹੀ ਉਸ ਵੇਲੇ ਵੀ ਕਸ਼ਮੀਰ ਦੇ ਵਿੱਚ ਉਸ ਵੇਲੇ ਦਾ ਹਾਕਮ ਸੀ ਯਕੂਬ ਖਾਂ, ਤੇ ਅੱਗੇ ਸੂਬੇਦਾਰ ਸੀ ਸ਼ੇਰ ਅਫਗਾਨ ਖਾਂ।
ਦੱਸਿਆ ਇਹਨਾਂ ਨੇ। ਤੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਹੌਸਲਾ ਦਿੱਤਾ ਕਿ ਤੁਸੀਂ ਆਪਣੇ ਧਰਮ ਦੇ ਵਿੱਚ ਪਰਪੱਕ ਰਹੋ। ਕਿਉਂ ਆਪਣੇ ਮਨ ਨੂੰ ਡਲਾਉਂਦੇ ਹੋ? ਜਿਹੜੇ ਤੁਹਾਡੇ ਧਰਮ ਨੂੰ ਛੱਡ ਕੇ ਮੁਸਲਮਾਨ ਬਣ ਗਏ ਨੇ, ਕੀ ਉਹਨਾਂ ਨੂੰ ਮੌਤ ਨਹੀਂ ਆਉਣੀ? ਮੌਤ ਤੇ ਇੱਕ ਦਿਨ ਸਾਰਿਆਂ ਤੇ ਆਉਣੀ ਹੈ, ਪਰ ਜਿਹੜੇ ਆਪਣੇ ਧਰਮ ਵਾਸਤੇ, ਆਪਣੀ ਕੌਮ ਦੇ ਵਾਸਤੇ ਆਪਣੀਆਂ ਜਾਨਾਂ ਨੌਸ਼ਾਵਰ ਕਰਦੇ ਨੇ, ਉਹ ਸਦਾ ਵਾਸਤੇ ਅਮਰ ਹੋ ਜਾਂਦੇ ਨੇ, ਸ਼ਹੀਦ ਹੋ ਜਾਂਦੇ ਨੇ। ਤੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਜਿਹੜੇ ਤੁਹਾਡੇ ਵੀਰ ਉਹਨਾਂ ਦੇ ਲਾਲਚ ਦੇ ਵਿੱਚ ਆ ਕੇ ਜਾਂ ਭੈ ਖਾ ਕੇ ਮੁਸਲਮਾਨ ਬਣ ਗਏ ਨੇ, ਉਹਨਾਂ ਨੂੰ ਵੀ ਪ੍ਰੇਰ ਕੇ ਦੁਬਾਰਾ ਆਪਣੇ ਧਰਮ ਦੇ ਵਿੱਚ ਲੈ ਕੇ ਆਓ। ਤੇ ਜੇ ਕੋਈ ਤੁਹਾਨੂੰ ਪੁੱਛੇ ਨਾ ਕਿ ਇਹ ਕਿਹਦੇ ਕਹਿਣ ਤੇ ਕਰਨ ਦੇ ਹੋ, ਤੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਕਹਿੰਦੇ ਸਾਡਾ ਨਾਮ ਲੈ ਦਿਓ। ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਫਰਜ਼ੰਦ ਦੇ ਕਹਿਣ ਤੇ ਅਸੀਂ ਇਦਾਂ ਕਰਦੇ ਪਏ ਆ। ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਬਚਨਾਂ ਨੇ ਕਮਾਈ ਵਾਲੇ ਬਚਨ ਸਨ। ਉਹਨਾਂ ਹਿੰਦੂਆਂ ਦੇ ਅੰਦਰ ਨਵੀਂ ਰੂਹ ਫੂਕ ਦਿੱਤੀ। ਹੁਣ ਜਿਹੜੇ ਮੁਸਲਮਾਨ ਬਣ ਗਏ ਸਨ, ਉਹਨਾਂ ਦੇ ਨਾਲ ਦੇ ਜਿਹੜੇ ਹਿੰਦੂ, ਉਹਨਾਂ ਨੇ ਕੀ ਕੀਤਾ? ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਪ੍ਰੇਰਨਾ ਵਾਪਸ ਆਪਣੇ ਧਰਮ ਦੇ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ। ਇਹ ਸਾਰੀਆਂ ਖਬਰਾਂ ਉੱਥੋਂ ਦੇ ਹਾਕਮ ਕੋਲ ਪਹੁੰਚੀਆਂ, ਸਾਰੀ ਰਿਪੋਰਟ ਪਹੁੰਚੀ। ਤੇ ਯਕੂਬ ਖਾਨ ਉਸ ਵੇਲੇ ਕਸ਼ਮੀਰ ਦਾ ਵੱਡਾ ਹਾਕਮ ਸੀ। ਉਹਨੇ ਭੇਜਿਆ ਅੱਗੇ ਸੂਬੇਦਾਰ ਨੂੰ, ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦੇ ਕੋਲ ਜਾ ਕੇ ਪਤਾ ਕਰ। ਸ਼ੇਰ ਅਫਗਾਨ ਖਾਨ ਨੂੰ ਭੇਜਿਆ ਕਿ ਜਾ ਕੇ ਪਤਾ ਕਰ। ਸੁਣਨ ਦੇ ਵਿੱਚ ਆਇਆ ਕਿ ਇਹਨਾਂ ਦੀ ਮਦਦ, ਜਿਹੜੀ ਇਹਨਾਂ ਦੇ ਵਿੱਚ ਇੰਨੀ ਹਿੰਮਤ ਆਈ ਹੈ, ਇਹਨਾਂ ਦੇ ਵਿੱਚ ਨਵਾਂ ਜੋਸ਼ ਵੇਖਣ ਦੇ ਵਿੱਚ ਆਇਆ ਹੈ। ਸੁਣਿਆ ਗੁਰੂ ਨਾਨਕ ਦੇਵ ਦੇ ਵੱਡੇ ਫਰਜ਼ੰਦ ਦੇ ਕਹਿਣ ਤੇ ਇਹ ਸਾਰਾ ਕੁਝ ਕਰਦੇ ਪਏ ਨੇ। ਤੇ ਯਕੂਬ ਖਾਨ ਦੇ ਕਹਿਣ ਤੇ ਫਿਰ ਪਹੁੰਚਿਆ ਸ਼ੇਰ ਅਫਗਾਨ ਖਾਨ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਨਮਸਕਾਰ ਕੀਤੀ। ਹੁਣ ਜਪ ਤਪ ਦੇ ਨਾਲ ਦਗ ਦਗ ਕਰਦਾ ਚਿਹਰਾ ਵੇਖ ਕੇ ਉਹਨਾਂ ਦਾ ਮਨ ਗਦ-ਗਦ ਹੋ ਗਿਆ। ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਧੂਣਾ ਚੇਤਨ ਨੇ, ਸਮਾਧਿਸ਼ਟ ਨੇ, ਭਾਈ ਕਮਲੀਆ ਜੀ ਕੋਲ ਬੈਠੇ ਨੇ। ਇਹਨਾਂ ਨੇ ਜਾ ਕੇ ਆਖਿਆ, ਫਕੀਰ ਸਾਈਂ ਸਲਾਮ। ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਨਾਮ ਭਿੰਨੇ ਨੇਤਰ ਜਦੋਂ ਖੋਲੇ ਨਾ, ਝਾਲ ਨਾ ਚੱਲੀ ਗਈ, ਇਹਨਾਂ ਦੀਆਂ ਅੱਖਾਂ ਨੀਵੀਆਂ ਹੋ ਗਈਆਂ। ਕਹਿੰਦੇ ਇਹੋ ਜਿਹਾ ਜੀਵਨ ਸੀ। ਹੁਣ ਮੈਂ ਉਹੀ ਕਹਿੰਦੇ ਆ ਵੀ ਮੈਂ ਕਿਹੜੀ ਗੱਲ ਸੁਣਾਵਾਂ, ਬਚਨ ਸੁਣਾਵਾਂ। ਇੱਕ ਬਚਨ ਦੇ ਵਿੱਚੋਂ ਅੱਗੇ ਹੋਰ ਬਚਨ ਚੇਤੇ ਆ ਜਾਂਦਾ ਹੈ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਦਾ। ਕਹਿੰਦੇ ਕਿ ਇਹੋ ਜਿਹਾ ਜੀਵਨ ਸੀ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦਾ, ਬਕਾਰਾਂ ਨੇ ਕਦੇ ਵੀ ਉਹਨਾਂ ਨੂੰ ਸੁਪਨੇ ਦੇ ਵਿੱਚ ਵੀ ਸਪਰਸ਼ ਨਹੀਂ ਸੀ ਕੀਤਾ। ਸੁਪਨੇ ਦੇ ਵਿੱਚ ਵੀ ਅਸੀਂ ਵੇਖੀਏ ਸਾਡੇ ਮਨਾਂ ਦੇ ਵਿੱਚ ਦਿਨ ਰਾਤ ਕਿੰਨੇ ਕੁ ਬਕਾਰਾਂ ਵਾਲੇ ਪੁਰਨੇ ਚੱਲਦੇ ਨੇ। ਮੈਲੇ ਪੁਰਨੇ ਬਣਦੇ ਨੇ ਮੁੱਕਦੇ ਨੇ, ਫਿਰ ਬਣ ਜਾਂਦੇ ਨੇ। ਤੇ ਝਾਲ ਨਾ ਝੱਲੀ ਗਈ। ਤੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਤੇ ਦਿਲਾਂ ਦੀਆਂ ਜਾਣਨ ਵਾਲੇ ਜਾਣਦੇ ਸਨ ਕਿ ਇਹ ਕਾਹਦੇ ਵਾਸਤੇ ਆਏ ਨੇ। ਸ਼ੇਰ ਅਫਗਾਨ ਖਾਨ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਕਿਉਂ ਆਇਆ। ਤੇ ਉਸ ਵੇਲੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਨੇ ਪੁੱਛਿਆ ਆਉਣ ਦਾ ਕਾਰਨ, ਵੀ ਤੁਹਾਡਾ ਆਉਣਾ ਕਿਵੇਂ ਹੋਇਆ। ਸ਼ੇਰ ਅਫਗਾਨ ਖਾਨ ਕਹਿਣ ਲੱਗਾ ਕਿ ਅਸੀਂ ਸੁਣਿਆ ਕਿ ਜਿਹੜੇ ਹਿੰਦੂ ਆਪਣੀ ਮਰਜ਼ੀ ਦੇ ਨਾਲ, ਉਹਨੇ ਸ਼ਬਦ ਵਰਤੇ ਨਹੀਂ, ਆਖਿਆ ਅਸੀਂ ਧੱਕੇ ਦੇ ਨਾਲ ਮੁਸਲਮਾਨ ਬਣਾਉਣੇ ਪਏ ਆ। ਕਹਿੰਦਾ ਜਿਹੜੇ ਹਿੰਦੂ ਆਪਣੀ ਮਰਜ਼ੀ ਦੇ ਨਾਲ ਸਾਡੇ ਧਰਮ ਦੇ ਵਿੱਚ ਆਏ ਨੇ, ਉਹ ਤੁਹਾਡੇ ਕਹਿਣ ਤੇ ਦੁਬਾਰਾ ਹਿੰਦੂ ਧਰਮ ਦੇ ਵਿੱਚ ਵਾਪਸ ਜਾ ਰਹੇ ਨੇ। ਕੀ ਇਹ ਸੱਚਾਈ ਹੈ?
ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਵੇਖਿਆ ਕਿ ਪਾਰੇ ਉਪਕਾਰ ਹਿਤ, ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਸੇ ਨੂੰ ਸਿੱਧੇ ਰਾਹੇ ਪਾਉਣ ਵਾਸਤੇ ਆਪਣੇ ਜੀਵਨ ਕਾਲ ਦੇ ਦੌਰਾਨ ਕਲਾ ਵਿਖਾਈ, ਕਰਾਮਾਤ ਵਿਖਾਈ। ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਨੇ ਵੇਖਿਆ ਆਪਣੀ ਵਡਿਆਈ ਵਾਸਤੇ ਨਹੀਂ, ਕਰਾਮਾਤ ਵਿਖਾਉਣਾ ਉੱਥੇ ਕਹਿ ਰਹੇ, ਜੇ ਕਰਾਮਾਤ ਨੂੰ ਆਪਣੀ ਵਡਿਆਈ ਵਾਸਤੇ, ਆਪਣੀ ਹਉਮੈ ਦੇ ਵਾਸਤੇ ਵਿਖਾਈ ਜਾਵੇ, ਕਿਸੇ ਦੇ ਪਰਉਪਕਾਰ ਵਾਸਤੇ, ਹੰਕਾਰੀ ਦਾ ਹੰਕਾਰ ਤੋੜਨ ਵਾਸਤੇ ਕਰਾਮਾਤ ਵਿਖਾਉਣੀ। ਪਿਆਰਿਓ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਕਲਾ ਵਿਖਾਈ। ਆਪਣੇ ਜੀਵਨ ਦੇ ਵਿੱਚ ਕਈ ਥਾਵਾਂ ਤੇ ਜ਼ਿਕਰ ਆਉਂਦਾ ਹੈ ਤੇ ਇਸੇ ਤਰ੍ਹਾਂ ਹੀ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਪਰਉਪਕਾਰ ਹਿਤ ਮਨ ਦੇ ਵਿੱਚ ਇਹ ਵਿਚਾਰ ਬਣਾਇਆ। ਜਦੋਂ ਉਹਨਾਂ ਨੇ ਆਖਿਆ ਕਿ ਇਹਨਾਂ ਗੱਲਾਂ ਦੇ ਵਿੱਚ ਕਿੰਨੀ ਸੱਚਾਈ ਹੈ, ਤੁਹਾਡੇ ਕਹਿਣ ਤੇ ਮੁਸਲਮਾਨ ਜਿਹੜੇ ਬਣੇ ਨੇ ਹਿੰਦੂ, ਉਹਨਾਂ ਨੂੰ ਦੁਬਾਰਾ ਹਿੰਦੂ ਬਣਾਇਆ ਜਾ ਰਿਹਾ ਹੈ। ਤੇ ਉਸ ਵੇਲੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਧੂਣੇ ਦੇ ਵਿੱਚ ਲੱਕੜਾਂ ਬਲਦੀਆਂ ਪਈਆਂ ਸਨ। ਜੋਸ਼ ਦੇ ਵਿੱਚ ਆ ਕੇ ਬੜੀ ਉੱਚੀ ਆਵਾਜ਼ ਦੇ ਵਿੱਚ ਧੂਣੇ ਦੇ ਵਿੱਚੋਂ ਲੱਕੜ ਫੜ ਕੇ ਤੇ ਬੜੇ ਜੋਸ਼ ਦੇ ਨਾਲ ਧਰਤੀ ਦੇ ਵਿੱਚ ਗੱਡੀ ਤੇ ਵੇਖਦਿਆਂ ਵੇਖਦਿਆਂ ਹੀ ਉਤਲੇ ਪਾਸੋਂ ਲੱਕੜ ਦੇ ਵਿੱਚ ਅੱਗ ਬਲਦੀ ਪਈ ਹੈ ਤੇ ਲੱਕੜ ਦੇ ਨਿਚਲੇ ਪਾਸਿਓਂ ਪਿਆਰਿਓ ਉਹ ਲੱਕੜ ਹਰੀ ਹੋ ਗਈ, ਟਹਿਣੀਆਂ ਨਿਕਲ ਆਈਆਂ ਤੇ ਪੱਤੇ ਵੀ ਨਿਕਲ ਆਏ। ਇਹ ਵੇਖ ਕੇ ਉਹ ਹੈਰਾਨ ਹੋ ਗਏ, ਦੰਗ ਰਹਿ ਗਏ। ਉਹਨਾਂ ਦੇ ਮੂੰਹੋਂ ਇਹ ਬਚਨ ਨਿਕਲੇ, ਸੁਭਾਨ ਅੱਲਾ, ਸੁਭਾਨ ਅੱਲਾ। ਤੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਸ਼ੇਰ ਅਫਗਾਨ ਖਾਨ ਨੂੰ ਕਿ ਸੂਬੇਦਾਰ ਕਹੂੰਨਾ ਤੂੰ ਇਸ ਸੂਬੇ ਦਾ, ਪਰ ਯਾਦ ਰੱਖ ਇਹ ਜਿਹੜਾ ਸਾਰਾ ਸੰਸਾਰ ਹੈ ਨਾ, ਇਹ ਜਿਹੜਾ ਸਾਰਾ ਸੰਸਾਰ ਹੈ ਉਸ ਪਰਮਾਤਮਾ ਦਾ ਇੱਕ ਬਾਗ ਹੈ। ਸਮਝਾਉਂਦੇ ਨੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਉਸ ਹਾਕਮ ਨੂੰ, ਸੂਬੇਦਾਰ ਨੂੰ, ਇਹ ਜਿਹੜਾ ਸੰਸਾਰ ਪਰਮਾਤਮਾ ਦਾ ਬਣਾਇਆ ਹੋਇਆ ਇੱਕ ਬਾਗ ਹੈ। ਜਿੰਨੇ ਵੀ ਧਰਮ ਨੇ ਇਸ ਸੰਸਾਰ ਦੇ ਵਿੱਚ, ਜਿੰਨੇ ਵੀ ਪੰਥ ਨੇ, ਜਿੰਨੇ ਵੀ ਮਜ਼ਹਬ ਨੇ, ਇਹ ਉਸ ਬਾਗ ਦੇ ਵਿੱਚ ਉਸ ਪਰਮਾਤਮਾ ਦੇ ਬਣਾਏ ਹੋਏ ਵੱਖੋ ਵੱਖ ਤਰ੍ਹਾਂ ਦੇ ਬੂਟੇ ਨੇ। ਕੋਈ ਕਿਸੇ ਰੰਗ ਦਾ, ਕੋਈ ਕਿਸੇ ਰੰਗ ਦਾ, ਕਿਸੇ ਨੂੰ ਕਿਸ ਤਰ੍ਹਾਂ ਦੇ ਫਲ ਲੱਗਦੇ ਨੇ, ਪਰ ਕੋਈ ਸੈਰ ਦੇ ਬਹਾਨੇ ਰੱਬ ਦਾ ਸ਼ਰੀਕ ਬਣ ਕੇ ਇਸ ਬਾਗ ਦੇ ਵਿੱਚ ਆਪਣੀ ਮਨ ਮਰਜ਼ੀ ਦੇ ਨਾਲ ਤੋੜ ਫੋੜ ਕਰੇ, ਕੱਟ ਵੱਢ ਕਰੇ ਤੇ ਉਹ ਪਰਮਾਤਮਾ ਨੂੰ ਫਿਰ ਚੰਗਾ ਨਹੀਂ ਲੱਗਦਾ। ਸਮਝਿਓ ਗੱਲ ਨੂੰ। ਮਹਾਰਾਜ ਕਹਿੰਦੇ ਵੀ ਇੱਕ ਬਾਗ ਹੈ ਸੰਸਾਰ। ਬਾਬਾ ਜੀ ਕਹਿਣ ਲੱਗੇ ਸੰਸਾਰ ਇੱਕ ਬਾਗ ਹੈ, ਜਿੰਨੇ ਵੀ ਮਜ਼ਹਬ ਨੇ, ਧਰਮ ਨੇ, ਇਹ ਉਸ ਪਰਮਾਤਮਾ ਦੇ ਸੰਸਾਰ ਰੂਪੀ ਬਾਗ ਦੇ ਵਿੱਚ ਫੁੱਲ ਬੂਟੇ ਨੇ ਤੇ ਕਿਸੇ ਨੂੰ ਕੋਈ ਹੱਕ ਨਹੀਂ। ਉਹ ਇਸ ਸੰਸਾਰ ਨੂੰ ਬਣਾਉਣ ਵਾਲਾ ਪਰਮਾਤਮਾ ਹੈ। ਇਹੋ ਜਗ ਵਾੜੀ ਮੇਰਾ ਪ੍ਰਭ ਮਾਲੀ। ਸੰਸਾਰ ਇੱਕ ਵਾੜੀ ਹੈ, ਇੱਕ ਬਾਗ ਹੈ। ਇਸ ਬਾਗ ਨੂੰ ਪਾਲਣ ਵਾਲਾ, ਪਾਲਣਹਾਰਾ ਉਹ ਪਰਮਾਤਮਾ ਹੈ, ਵਾਹਿਗੁਰੂ ਹੈ। ਕਿਸੇ ਨੂੰ ਹੱਕ ਨਹੀਂ ਜ਼ਬਰਦਸਤੀ ਕਿਸੇ ਦੇ ਧਰਮ ਦੇ ਵਿੱਚ ਲੈ ਕੇ ਆਉਣਾ, ਆਪਣੇ ਧਰਮ ਦੇ ਵਿੱਚ। ਤੇ ਭਗਵਾਨ ਜੀ ਕਹਿਣ ਲੱਗੇ, ਬਾਬਾ ਜੀ ਕਹਿਣ ਲੱਗੇ ਤੁਸੀਂ ਆਪਣੇ ਆਪ ਨੂੰ ਮੁਸਲਮਾਨ ਅਖਵਾਉਂਦੇ ਹੋ। ਮੁਸਲਮਾਨ ਸੋਈ ਜੋ ਮੋਮ ਦਿਲ ਹੋਵੇ। ਮੁਸਲਮਾਨ ਤੇ ਉਹ ਹੈ ਜਿਹਦਾ ਦਿਲ ਮੋਮ ਵਰਗਾ ਹੋਵੇ, ਅੰਦਰੋਂ ਦਇਆ ਦੇ ਨਾਲ ਭਰਿਆ ਹੋਵੇ, ਅੰਦਰ ਦਇਆ ਹੋਵੇ, ਤਰਸ ਹੋਵੇ ਜੀਵਾਂ ਦੇ ਪ੍ਰਤੀ। ਤੁਸੀਂ ਤੇ ਧੱਕੇ ਦੇ ਨਾਲ, ਡਰਾ ਕੇ, ਧਮਕਾ ਕੇ, ਜ਼ੁਲਮ ਕਰਕੇ
ਦੂਜੇ ਧਰਮਾਂ ਦੇ ਲੋਕਾਂ ਨੂੰ ਆਪਣੇ ਧਰਮ ਦੇ ਵਿੱਚ ਲਿਆ ਰਹੇ ਹੋ, ਯਾਦ ਰੱਖਿਓ ਜਿੰਨੇ ਵੀ ਧਰਮ ਨੇ, ਜਿੰਨੇ ਵੀ ਮਜ਼ਹਬ ਨੇ, ਤੁਸੀਂ ਆਪਣੇ ਧਰਮ ਦੇ ਜਿਹੜੇ ਚੰਗੇ ਗੁਣ ਨੇ ਉਹ ਲੋਕਾਂ ਦੇ ਸਾਹਮਣੇ ਰੱਖੋ, ਤੇ ਜਿਨ੍ਹਾਂ ਦਾ ਮਨ ਮੰਨੇ ਉਹ ਤੁਹਾਡੇ ਧਰਮ ਦੇ ਵਿੱਚ ਆ ਜਾਣ। ਇਹਦੇ ਵਿੱਚ ਕੋਈ ਝੂਠ ਨਹੀਂ, ਆਪਣੀ ਮਰਜ਼ੀ ਦੇ ਨਾਲ ਇਹਦੇ ਵਿੱਚ ਕੋਈ ਪਾਪ ਨਹੀਂ। ਜਿਹੜਾ ਆਪਣੀ ਮਰਜ਼ੀ ਦੇ ਨਾਲ ਧਰਮ ਦੇ ਵਿੱਚ ਆਵੇ ਤੇ ਉਸ ਵੇਲੇ ਫਿਰ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦੇ ਸਮਝਾਉਣ ਤੇ ਜਦੋਂ ਪ੍ਰਤੱਖ ਕਰਾਮਾਤ ਵੇਖੀ, ਕਲਾ ਵੇਖੀ, ਜਦੋਂ ਕਮਾਈ ਵਾਲੇ ਸੱਚ ਦੇ ਨਾਲ ਭਰੇ ਹੋਏ ਬਚਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੀ ਪਵਿੱਤਰ ਰਸਨਾ ਤੋਂ ਸ਼ੇਰ ਅਫਗਾਨ ਖਾਨ ਨੇ ਸੁਨੇ, ਉਹਨੇ ਫਿਰ ਆਪਣੇ ਗੁਨਾਹਾਂ ਤੋਂ ਤੋਬਾ ਕੀਤੀ, ਮੁਆਫੀ ਮੰਗੀ ਤੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਿਆ। ਸੋ ਸਾਧ ਸੰਗਤ ਜੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਜਿੰਨਾ ਕੁ ਸਮਾਂ ਸੀ ਕੀਰਤਨ ਦਾ ਹੁਣ ਇੱਥੇ ਸਮਾਪਤੀ ਹੈ। ਪਵਿੱਤਰ ਗੁਰਬਾਣੀ ਦੀ ਵਿਚਾਰ ਕਰਦਿਆਂ, ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ, ਇਹੀ ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨ। ਇੱਕ ਵਾਰੀ ਫੇਰ ਸਾਰੀਆਂ ਸੰਗਤਾਂ ਨੂੰ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਦੀਆਂ ਮਹਾਂਪੁਰਖਾਂ ਵੱਲੋਂ, ਸਮੂਹ ਸੇਵਾਦਾਰਾਂ ਵੱਲੋਂ ਬੇਅੰਤ ਬੇਅੰਤ ਵਧਾਈਆਂ। ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਸਾਡੇ ਸਾਰਿਆਂ ਤੇ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਆਪਣੇ ਪਵਿੱਤਰ ਚਰਨਾਂ ਕਮਲਾਂ ਦਾ ਪ੍ਰੇਮ, ਨਾਮ ਦੀ ਦਾਤ, ਗੁਰਸਿੱਖੀ ਵਾਲਾ ਜੀਵਨ, ਬਾਣੀ ਬਾਣੇ ਦੀ ਦਾਤ ਸਾਡੀ ਝੋਲੀ ਦੇ ਵਿੱਚ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।